ਜਦੋਂ ਹੀ ਲਾਠੀਚਾਰਜ ਸ਼ੁਰੂ ਕੀਤਾ ਮੈਨੂੰ ਵਿਚਾਲੇ ਸੱਟ ਲਿਆ। 4 ਪੁਲਿਸ ਕਰਮੀ ਜਿਹੜੇ ਮੇਰੇ ਆਲੇ ਦੁਆਲੇ ਸੀਗੇ ਜਿਨ੍ਹਾਂ ਨੇ ਮੇਰੇ ਤੇ ਡੰਡੇ ਚਲਾਏ, ਮੇਰੇ ਲੱਤਾਂ ਤੇ, ਮੇਰੇ ਪੁੜਿਆਂ ਤੇ, ਮੇਰੇ ਮੋਢਿਆਂ ਤੇ ਆ ਮੇਰੇ ਇੱਕ ਜਿਹੜਾ ਮੂੰਹ ਤੇ ਡੰਡਾ ਆਉਂਦਾ ਮੈਂ ਹੱਥ ਮੂਹਰੇ ਕਰਿਆ ਤੇ ਇਹਦੇ ਵਿੱਚ ਮੇਰੇ ਜਿਹੜੇ 2 ਨੌਂ ਨੇ ਉਹ ਉਖੜ ਗਏ ਨੇ ਤੇ ਇੱਕ ਜਿਹੜੀ ਉਂਗਲੀ 'ਚ ਹੇਅਰ ਲਾਈਨ ਫ੍ਰੈਕਚਰ ਹੈ। ਨਾ ਤਾਂ ਇਹਨਾਂ ਕੋਈ ਚੋਰੀ ਕੀਤੀ ਹੈ, ਨਾ ਡਾਕਾ ਮਾਰਿਆ ਹੈ, ਨਾ ਕਿਸੇ ਦੀ ਇੱਜ਼ਤ ਲੁੱਟੀ ਹੈ, ਨਾ ਹੀ ਕੋਈ ਐਮਐਮਐਸ ਬਣਾਇਆ ਹੈ। ਜਿਹੜਾ ਸਾਡੇ ਤੇ ਲਾਠੀ ਚਾਰਜ ਵੀ ਹੋਇਆ ਉਹ ਵੀ ਮੇਲ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਔਰ ਬਕਾਇਦਾ ਉਹ ਚੀਜ਼ਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ। ਪਹਿਲੀ ਵਾਰੀ ਜੇਲ੍ਹ ਗਿਆ ਜੀ, ਪਹਿਲੀ ਵਾਰੀ ਅਰੈਸਟ ਹੋਇਆ ਤੇ ਸਾਨੂੰ ਰਾਤ ਨੂੰ 12 ਵਜੇ ਤੱਕ ਸਾਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਔਰ ਕਾਰਨ ਕੀ ਸੀ, ਕਸੂਰ ਕੀ ਸੀਗਾ ਕਿ ਮੈਂ ਮਾਸਟਰਸ ਕਰ ਲਈ ਜੀ। ਉਸ ਤੋਂ ਬਾਅਦ ਇੱਕ ਨੈਟ ਦਾ ਪੇਪਰ ਹੁੰਦਾ, ਮੈਂ ਨੈਟ ਦੇ ਵਿੱਚ ਕੁਆਲੀਫਾਈ ਕਰ ਗਿਆ। ਜਦੋਂ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਤਾਂ ਸਾਡੇ ਘਰ ਦੇ ਵਿੱਚ ਮਤਲਬ ਜੁੱਤੀ ਲੈਣ ਲਈ ਪੈਸੇ ਨਹੀਂ ਹੁੰਦੇ ਸੀ ਤੇ ਮੈਂ ਸਰਕਾਰ ਦਾ ਜੇ ਕੋਈ ਨੁਮਾਇੰਦਾ ਇਹ ਦੇਖ ਰਿਹਾ ਹੈ ਤਾਂ ਥੋੜਾ ਜਿਹਾ ਪਾਣੀ ਲਓ ਤੇ ਡੁੱਬ ਮਰੋ ਉਹਦੇ ਵਿੱਚ, ਕਿਉਂਕਿ ਤੁਸੀਂ ਇੰਨਾ ਕਾਬਲ, ਇਹ 6 ਉਹ ਵਿਅਕਤੀ ਮੇਰੇ ਕੋਲੇ ਇਸ ਟਾਈਮ 5 ਬੈਠੇ ਨੇ ਜੋ ਆਪਣੇ ਹਾਲਾਤਾਂ ਨਾਲ ਲੜ ਕੇ ਜ਼ਿੰਦਗੀ ਨੂੰ ਇੱਥੋਂ ਤੱਕ ਲੈ ਕੇ ਆਏ ਆ। ਟਾਟਾਂ ਤੇ ਬੈਠ ਕੇ ਪੜ੍ਹੇ ਹੋਏ 10ਵੀਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਰਿਟ ਦੇ ਵਿੱਚ ਆਉਂਦਾ। ਮੇਰਾ ਸਕੂਲ 1924 ਦਾ ਸੀਗਾ, ਮੈਂ ਪਹਿਲਾ ਸਟੂਡੈਂਟ ਸੀਗਾ ਜਿਹੜਾ ਉਹਦੇ ਵਿੱਚ ਮੈਰਿਟ ਦੇ ਵਿੱਚ ਆਇਆ ਸੀਗਾ ਤੇ ਮੇਰੇ ਨਾਮ ਤੇ ਛੁੱਟੀ ਹੋਈ ਸੀਗੀ ਸਕੂਲ ਦੇ ਵਿੱਚ। ਭਗਵੰਤ ਮਾਨ ਜੀ ਕਹਿੰਦੇ ਸੀਗੇ ਵੀ ਕੋਈ ਧਰਨਾ ਨਹੀਂ ਲੱਗੂਗਾ, ਕੋਈ ਪੱਗਾਂ ਨਹੀਂ ਰੁਲਣਗੀਆਂ, ਕੋਈ ਚੁੰਨੀਆਂ ਨਹੀਂ ਪਾਟਣਗੀਆਂ। ਇਹ ਸਾਰਾ ਕੁਝ ਹੋਇਆ, ਉਹ ਇਹਦੇ ਤੇ ਜਵਾਬ ਦੇ ਨੇ। ਮੈਂ ਸਰ ਆਪਦੇ ਮੈਸ ਦੀਆਂ ਡਾਈਟਾਂ ਛੱਡ ਕੇ ਆਪਦਾ ਖਰਚ ਜਿਹੜਾ ਮੈਸ ਦਾ ਬਿੱਲ ਬਣਦਾ ਉਹ ਬਚਾਇਆ ਵੀ ਜੇ ਤੁਹਾਡੀ ਇੱਕ ਦਿਨ ਤੁਸੀਂ ਆਪਦਾ ਅੰਗੂਠਾ ਤੜਾ ਸਕੋ। ਬਿਲਕੁਲ ਸਰ, ਅੱਜ ਜਦੋਂ ਅਸੀਂ ਇੱਕ ਦਿਨ ਆਊਗਾ ਜਦੋਂ ਤੁਹਾਨੂੰ ਰਿਵਾਰਡ ਮਿਲੂਗਾ, ਸਰਕਾਰ ਤੁਹਾਡੇ ਤੇ ਮਿਹਰਬਾਨ ਹੋਊਗੀ, ਤੁਹਾਡੀਆਂ ਲੱਤਾਂ ਬਾਹਾਂ ਤੋੜੀਆਂ ਜਾਣਗੀਆਂ। ਪੰਜਾਬ ਦੇ ਭਵਿੱਖ ਦੀ ਕਹਾਣੀ ਹੈ। ਜੇ ਪੋਜੀਸ਼ਨਸ ਨੂੰ ਨਹੀਂ ਬਚਾਇਆ ਜਾਂਦਾ, ਪੰਜਾਬ ਦੇ 1158 ਨੌਜਵਾਨਾਂ ਨੂੰ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਹੀਂ ਬਚਾਇਆ ਜਾਂਦਾ ਤਾਂ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕੋਈ ਨੌਜਵਾਨ ਉਚੇਰੀ ਸਿੱਖਿਆ ਵੱਲ ਮੂੰਹ ਵੀ ਕਰੇ। ਆਮ ਆਦਮੀ ਪਾਰਟੀ ਸਿਰਫ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੀ, ਸੱਤਾ ਵਿੱਚ ਆਉਣ ਤੋਂ ਬਾਅਦ ਇਹ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਔਰ ਖਾਸ ਆਦਮੀਆਂ ਦੀ ਹੀ ਪਾਰਟੀ ਹੈ ਜਿੱਥੇ ਖਾਸ ਆਦਮੀਆਂ ਦੀ ਸੁਣੀ ਜਾਂਦੀ ਹੈ। ਮੈਂ ਤਾਂ ਸਿਰਫ ਇਹ ਕਹੂੰਗੀ ਕਿ ਆਪ ਦੇ ਨਾਲ ਇਹ ਅਪਾਹਿਜ ਵੀ ਹੋ ਚੁੱਕੀ। ਸਿਰਫ ਇੱਕ ਮੀਟਿੰਗ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਸਾਨੂੰ ਇਹ ਗੱਲ ਕਹਿ ਦਿਓ ਕਿ ਤੁਸੀਂ ਕਸੂਰਵਾਰ ਹੋ, ਤੁਹਾਡੀ ਗਲਤੀ ਹੈ, ਤਾਂ ਅਸੀਂ ਚੁੱਪ ਕਰਕੇ ਘਰੇ ਬੈਠ ਜਾਾਂਗੇ। ਜੇ ਤੁਸੀਂ ਇਹ ਨਹੀਂ ਕਹਿ ਸਕਦੇ ਫਿਰ ਤਾਂ ਇੱਦਾਂ ਹੀ ਸੜਕਾਂ ਤੇ ਆਵਾਂਗੇ, ਸਾਡੇ ਨਾਲ ਬਹਿ ਕੇ ਗੱਲ ਕਰਨ, ਸਾਡੇ ਮਸਲੇ ਹੱਲ। ਪੂਰਾ ਭਾਰਤ ਇਹਨਾਂ ਨੂੰ ਦੇਖ ਰਿਹਾ, ਜਿਹੜੇ ਇਹ ਵਾਅਦੇ ਕਰਦੇ ਪਏ ਨੇ ਉਹ ਸਟੇਟ ਦੇ ਵਿੱਚ, ਅਸੀਂ ਉੱਥੇ ਜਾ ਕੇ ਵੀ ਇਹਨਾਂ ਦੇ ਗਲਤ ਵਾਅਦਿਆਂ ਨੂੰ ਅਸੀਂ ਦੱਸ ਕੇ ਆਵਾਂਗੇ ਲੋਕਾਂ ਨੂੰ, ਤਾਂ ਕਿ ਪੰਜਾਬ ਨੇ ਜਿਹੜੀ ਗਲਤੀ ਕੀਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਗੁਜਰਾਤ ਕਰ ਸਕੇ, ਨਾ ਹਿਮਾਚਲ ਕਰ ਸਕੇ, ਨਾ ਹਰਿਆਣਾ ਕਰ ਸਕੇ। ਕਿਉਂਕਿ ਕਹਿਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈਗਾ। ਇਹਦੇ ਵਿੱਚ ਜਿਹੜਾ ਫਰਕ ਹੈਗਾ ਉਹ ਜਿੱਥੇ ਸਾਡੀ ਵਾਹ ਲੱਗੇਗਾ ਉੱਥੇ ਅਸੀਂ ਰੱਖ ਕੇ ਆਵਾਂਗੇ। ਇਹ ਲੜਾਈਆਂ ਵੀ ਲੜਾਂਗੇ। ਇਹ ਸਰਕਾਰਾਂ ਜੇ ਸਾਨੂੰ ਮਤਲਬ ਘੱਟ ਸਮਝਦੀਆਂ ਨੇ ਤਾਂ ਇਹਨਾਂ ਨੂੰ ਅਸੀਂ ਦੱਸ ਦਾਂਗੇ ਵੀ ਅਸੀਂ ਕੀ ਹੈ। 6 ਸਾਲ ਪਹਿਲਾਂ ਸਰ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਔਰ ਉਸੇ ਦਿਨ ਸਰ ਮੇਰੇ ਐਮਫਿਲ ਦਾ ਐਂਟਰੈਂਸ ਟੈਸਟ ਸੀ ਔਰ ਸ਼ਾਮ ਨੂੰ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ। ਭੋਗ ਵਾਲੇ ਦਿਨ ਸਰ ਜਿਵੇਂ ਹੈਲਪ ਦੇ ਤੌਰ ਤੇ ਹੀ ਵਾਸ ਰੈਵਨਿਊ ਪਟਵਾਰੀ ਔਰ ਉਹਨਾਂ ਦੇ ਹੈਲਪ ਦੇ ਤੌਰ ਤੇ ਜਿਹੜੇ ਮਤਲਬ ਉਹਨਾਂ ਦੇ ਸਾਥੀ ਸੀ ਉਹ ਤੁਹਾਨੂੰ 50,000 ਰੁਪਇਆ ਦੇ ਕੇ ਜਾਂਦੇ ਨੇ ਔਰ ਉਹਦੇ ਵਿੱਚੋਂ ਮੇਰੇ ਮਦਰ ਮੈਨੂੰ 10,000 ਰੁਪਇਆ ਦਿੰਦੇ ਨੇ ਕਿ ਚੱਲ ਪੁੱਤ ਤੇਰਾ ਪੇਪਰ ਕਲੀਅਰ ਹੋ ਗਿਆ, ਫੀਸ ਭਰ ਦੇ। ਇੱਕ ਸਮੈਸਟਰ ਨਿਕਲਦਾ ਸਰ ਔਰ ਘਰ ਦੇ ਹਾਲਾਤ ਐਵੇਂ ਦੇ ਹੋ ਗਏ ਕਿ ਮੇਰੇ ਮਾਤਾ ਜੀ ਮੈਨੂੰ ਖੁਦ ਕਹਿੰਦੇ ਨੇ ਪੁੱਤ ਛੱਡ ਕੋਈ ਨਾ ਫੇਰ ਹੋ ਜਾਏਗਾ, ਕਿ ਅਸੀਂ ਦੇ ਨਹੀਂ ਸਕਦੇ ਫੀਸ। साहिर लुधियानवी ने बहुत सोहना लिखा है कि हमें अमन चाहिए पर जुल्म के खिलाफ अगर जंग चाहिए तो जंग ही सही। सरकार के खिलाफ जंग लड़नी पऊगी। सरकार साडे सिरां दे उत्ते नहीं बह सकदी, साडियां आसां ते उम्मीदां नूं रोल नहीं सकदी। पर हो की रहा है, बदलाव दे नां ते आई हुई सरकार कदे टीचरां ते लाठी चार्ज करदी है, कदे प्रोफैसरां ते करदी है, कदे होर बेरोजगारां नूं सड़कों ते रोलिया जा रहा है। जो पहला चन्नी सरकार, कैप्टन सरकार, बादल सरकार च सी उही दस्तूर जारी है। इंसाफ कित्थों मिलूगा? बकवास खबरां तो जे तुहाडा मन भर गया होवे तां कुछ मिनट हथ जोड़ के बेनती है जिधर दे दिओ। सत श्री अकाल, ऑन एयर देख रहे हो, मैं हाँ सिमरनजोत सिंह मक्कड़। प्राइम टाइम दे विच अज वो प्रोफैसर जिन्हां ने डांगा खादियां, जिन्हां दे अंगूठे टुट गए, 9 लह गए, जिहड़े हत्थां ने तुहानूं लिखना सिखाना सी, तालीम देनी सी, पढ़ना सिखाना सी, वो आप हथ अड्डन नूं मजबूर होए खड़े है। PhD पढ़े लिखे और काबल लोग जदों सड़कों ते होण तां मुल्क किहड़े पासे जा रहा है इहदे बारे बहुता दस्सण दी लोड़ नहीं है। तुसीं आप समझदार हो। जे फिर भी तुसीं नहीं समझदे तां इह एपीसोड तुहाडे वास्ते नहीं है।
ਕਿਰਪਾ ਕਰਕੇ ਕਿਸੇ ਹੋਰ ਖਬਰ ਵੱਲ ਮੂਵ ਹੋ ਜਾਓ, ਨਾ ਦੇਖਿਓ, ਫਰਕ ਨਹੀਂ ਪੈਂਦਾ। ਪੈਨਲ ਦੇ ਰੂਪ ਚ ਮੌਜੂਦ ਆ ਯੋਧਾ ਸਿੰਘ ਜੀ, ਅੱਜ ਸਾਡੇ ਨਾਲ ਮੌਜੂਦ ਨੇ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਡਾਕਟਰ ਸੁਹੇਲ ਸਾਡੇ ਨਾਲ ਮੌਜੂਦ ਨੇ, ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਡਾਕਟਰ ਰਾਏ ਬਹਾਦਰ ਸਾਹਿਬ ਸਾਡੇ ਨਾਲ ਨੇ ਜੀ, ਸਵਾਗਤ ਹੈ। ਹਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਔਰ ਪ੍ਰੋਫੈਸਰ ਰਵਨੀਤ ਕੌਰ ਸਾਡੇ ਨਾਲ ਨੇ। ਤੁਹਾਡਾ तमाम ਸਾਰਿਆਂ ਦਾ ਪੈਨਲ ਦੇ ਰੂਪ ਚ ਸਵਾਗਤ ਹੈ। ਤਕਰੀਬਨ 2 ਦਿਨ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਇਹ ਦਿਖਾ ਦਿਓ ਕੈਮਰੇ ਅੱਗੇ, ਆਹ ਟੁੱਟਿਆ ਹੋਇਆ ਹੱਥ ਹੈ ਜਿਹੜਾ, ਕੱਲਾ ਇਹ ਕਾਰਨ ਨਹੀਂ ਹੈ, ਹੋਰ ਬਹੁਤ ਸਾਰੀਆਂ ਤਸਵੀਰਾਂ ਪਿੰਡੇ ਤੇ ਪਈਆਂ ਲਾਸ਼ਾਂ ਦੀਆਂ ਦੇਖੀਆਂ ਹੋਣੀਆਂ। ਨਾ ਤਾਂ ਇਹਨਾਂ ਕੋਈ ਚੋਰੀ ਕੀਤੀ ਹੈ, ਨਾ ਡਾਕਾ ਮਾਰਿਆ ਹੈ, ਨਾ ਕਿਸੇ ਦੀ ਇੱਜ਼ਤ ਲੁੱਟੀ ਹੈ, ਨਾ ਹੀ ਕੋਈ MMS ਬਣਾਇਆ ਹੈ। ਖਬਰਾਂ ਯੂਨੀਵਰਸਿਟੀਆਂ ਦੀਆਂ ਚੱਲ ਰਹੀਆਂ, ਜਾਇਜ਼ ਹੈ, ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਬਣੋ, ਪਰ ਜਿਹੜੇ ਤਾਲੀਮ ਦੇ ਰਹੇ ਆ ਉਹਨਾਂ ਦਾ ਰਾਖਾ ਕੌਣ ਬਣੂਗਾ? ਸਭ ਤੋਂ ਪਹਿਲਾਂ ਡਾਕਟਰ ਸੁਹੇਲ ਤੁਹਾਡੇ ਵੱਲ ਆਉਣਾ ਕਿ ਯੋਧਾ ਹੋਣਾ ਨਾਲ ਜੋ ਇਹ ਹਾਲ ਹੋਇਆ, ਕਿਵੇਂ ਹੋਇਆ, ਕੀ ਹੋਇਆ, ਕਾਰਨ ਕੀ ਸੀ, ਤੁਸੀਂ ਇਕੱਤਰਤ ਹੋਏ ਉੱਥੇ? ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਧੰਨਵਾਦ ਔਨ 에ਅਰ ਦਾ ਸਾਨੂੰ ਇਸ ਮੁੱਦੇ ਤੇ ਬੁਲਾਉਣ ਦੇ ਲਈ, ਗੱਲ ਰੱਖਣ ਦੇ ਲਈ। ਕਸੂਰ ਸਿਰਫ ਇੰਨਾ ਸੀਗਾ ਜੀ ਕਿ ਅਸੀਂ ਹਾਇਰ ਐਜੂਕੇਸ਼ਨ ਮਿਨਿਸਟਰ ਮੀਤ ਹੇਅਰ ਜੀ ਨੂੰ ਮਿਲਣਾ ਚਾਹੁੰਦੇ ਸੀਗੇ। ਉਸੇ ਕਸੂਰ ਦੇ ਚੱਲਦੇ ਹੋਏ ਜਿਹੜੀਆਂ ਲਾਠੀਆਂ ਨੇ ਉਹ ਭਰਾਈਆਂ ਗਈਆਂ। ਇਹਨਾਂ ਦਾ ਹੱਥ ਪੂਰੇ ਤੌਰ ਤੇ ਟੁੱਟਿਆ, 2 ਉਂਗਲਾਂ ਦੇ ਵਿੱਚ ਇਹਨਾਂ ਦੇ ਫ੍ਰੈਕਚਰ ਆਇਆ ਹੈ, ਹੋਰ ਵੀ ਪਿੰਡੇ ਤੇ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ, ਮੇਰੇ ਵੀ ਹੈਗੀਆਂ ਨੇ। ਤੇ ਉੱਥੇ ਪੰਜਾਬ ਦਾ ਜਿਹੜਾ ਸਭ ਤੋਂ ਪੜ੍ਹਿਆ ਲਿਖਿਆ ਵਰਗ ਜੋ 300 ਦੀ ਤਾਦਾਦ ਦੇ ਵਿੱਚ ਇਕੱਠਾ ਹੋਇਆ ਸੀਗਾ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਕਦੇ ਪਿੰਡਿਆਂ ਤੇ ਲਾਸ਼ਾਂ ਨੇ, ਕਦੇ ਕਿਸੇ ਹੋਰ ਸੱਟਾਂ ਦੇ ਰੂਪ ਦੇ ਵਿੱਚ ਗਏ ਨੇ। ਮੰਗ ਸਿਰਫ ਇਹ ਸੀਗੀ ਕਿ ਜੋ ਸਾਡੀ ਭਰਤੀ ਜਿਹੜੀ ਕੁਐਸ਼ ਕੀਤੀ ਆ ਹਾਈ ਕੋਰਟ ਨੇ ਅਗਸਤ 8 ਨੂੰ, ਤੇ ਜਿਹਦੀ ਜਜਮੈਂਟ ਸੈਪਟੈਂਬਰ 16 ਨੂੰ ਆਈ ਹੈ ਜੀ, ਉਸ ਨੂੰ ਚੱਲਦੇ ਹੋਏ ਅਸੀਂ CM ਭਗਵੰਤ ਮਾਨ ਜੀ ਨਾਲ ਤੇ ਹਾਇਰ ਐਜੂਕੇਸ਼ਨ ਮਿਨਿਸਟਰ ਜਿਹੜੇ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਜੀ ਨੇ, ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ। 15 ਅਗਸਤ ਨੂੰ ਸਾਡੇ ਸਾਥੀਆਂ ਵੱਲੋਂ ਇਹੀ ਡਿਮਾਂਡ ਨੂੰ ਲੈ ਕੇ ਲੁਧਿਆਣੇ ਵੱਲ ਕੂਚ ਕੀਤਾ ਗਿਆ। ਉੱਥੇ ਵੀ ਲਾਠੀ ਚਾਰਜ ਹੋਇਆ ਤੇ ਪੰਜਾਬ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਵਰਗ ਨੂੰ ਜੇਲ੍ਹਾਂ ਦੇ ਵਿੱਚ ਉਸ ਦਿਨ ਬਿਠਾਇਆ ਗਿਆ, ਡਿਟੇਨ ਕੀਤਾ ਗਿਆ, ਫਿਰ ਬਾਅਦ ਦੇ ਵਿੱਚ ਛੱਡਿਆ ਗਿਆ। 15 ਅਗਸਤ ਨੂੰ ਵੀ ਸਾਡੀ ਜਿਹੜੀ ਡਿਮਾਂਡ ਹੈ ਉਹ ਨਹੀਂ ਮੰਨੀ ਗਈ। ਫਿਰ ਅਸੀਂ 28 ਅਗਸਤ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਸੰਗਰੂਰ 'ਚ ਗਏ ਜੀ। ਸੰਗਰੂਰ ਉੱਥੇ ਗੱਲਬਾਤ ਹੁੰਦੀ ਹੈ, ਉਸ ਦੀ ਗੱਲਬਾਤ ਤੋਂ ਬਾਅਦ ਫਿਰ ਸਾਨੂੰ ਇੱਕ ਲਾਰਾ ਲਗਾ ਦਿੱਤਾ ਜਾਂਦਾ ਹੈ ਕਿ ਜੋ ਮੀਟਿੰਗ ਹੈ ਉਹ ਜਲਦੀ ਤੁਹਾਨੂੰ ਦੇ ਦਿੱਤੀ ਜਾਏਗੀ। ਪਹਿਲਾਂ 15 ਅਗਸਤ ਨੂੰ ਲੁਧਿਆਣੇ ਮਿਲਦੇ ਹੋ, ਫਿਰ 28 ਅਗਸਤ ਨੂੰ ਦੁਬਾਰਾ ਤੁਸੀਂ ਮੁਲਾਕਾਤ ਕਰਦੇ ਹੋ ਸੰਗਰੂਰ ਦੇ ਵਿੱਚ। ਪ੍ਰਸ਼ਾਸਨ ਤੁਹਾਡੇ ਨਾਲ ਮੁਲਾਕਾਤ ਕਰਦਾ? ਪ੍ਰਸ਼ਾਸਨ ਦੇ ਵੱਲੋਂ ਸਿਰਫ ਪੁਲਿਸ ਕਰਮਚਾਰੀ ਸੀਗੇ ਜਿਹੜੇ ਉੱਥੇ ਮੁਲਾਕਾਤ ਕਰਦੇ ਨੇ, ਹੋਰ ਜਿਹੜੇ ਸਾਨੂੰ DC ਸਾਹਿਬ, SDM ਜਾਂ ਕੋਈ ਜਿਹੜਾ ਡਿਪਾਰਟਮੈਂਟ ਦਾ ਕੋਈ ਬੰਦਾ, ਨੁਮਾਇੰਦਾ, ਸੈਕਟਰੀ, ਕੋਈ ਨਹੀਂ ਆ ਕੇ ਮਿਲਿਆ? ਸਿਰਫ ਤਹਿਸੀਲਦਾਰ ਮਿਲਦਾ ਹੈ ਜੀ। ਸਿਰਫ ਤਹਿਸੀਲਦਾਰ ਮਿਲ ਰਿਹਾ ਜੀ, ਉਹ ਵੀ 6-7 ਘੰਟੇ ਜਦੋਂ ਅਸੀਂ ਉੱਥੇ ਧੁੱਪਾਂ ਤੇ ਬੈਠਦੇ ਹਾਂ ਤੇ ਇੰਤਜ਼ਾਰ ਕਰਦੇ ਹਾਂ, ਉਸ ਤੋਂ ਬਾਅਦ ਮੁਲਾਕਾਤ ਹੁੰਦੀ ਹੈ। ਤੇ ਉਸ ਤੋਂ ਬਾਅਦ ਵੀ ਸਾਨੂੰ ਲਾਰੇ ਲਗਾਏ ਜਾਂਦੇ ਨੇ। ਸੈਪਟੈਂਬਰ 16 ਨੂੰ ਜਦੋਂ ਸਾਡੀ ਜਜਮੈਂਟ ਆ ਜਾਂਦੀ ਹੈ, ਉਸ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਉਸੇ ਕੋਸ਼ਿਸ਼ ਦੇ ਤੌਰ ਤੇ ਅਸੀਂ ਬਰਨਾਲਾ ਚੱਲੋ ਦੀ ਕਾਲ ਦਿੰਦੇ ਹਾਂ ਕਿ ਸਾਡਾ ਤਾਂ ਹੱਕ ਹੈਗਾ ਕਿ ਉਹਨਾਂ ਚੀਜ਼ਾਂ ਤੇ ਆਪਣੀ ਗੱਲ ਰੱਖਣੀ। ਉੱਥੇ ਵੀ ਅਸੀਂ ਉਸੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲਬਾਤ ਰੱਖ ਰਹੇ ਸੀਗੇ। ਮੀਟਿੰਗ ਦਾ ਹੀ ਇੱਕ ਸਿਰਫ ਉਹਨਾਂ ਕੋਲ ਲੈ ਕੇ ਚੱਲੇ ਸੀ। ਅਜੇ ਭਰਤੀ ਪੂਰੀ ਕਰਨ ਦੀ ਪ੍ਰਕਿਰਿਆ ਦੀਆਂ ਗੱਲਾਂ ਤਾਂ ਬਹੁਤ ਬਾਅਦ ਦੇ ਵਿੱਚ ਆ ਜਾਂਦੀਆਂ ਨੇ, ਸਿਰਫ ਮੀਟਿੰਗ ਦੀ ਕਾਲ ਲੈ ਕੇ ਗਏ ਸੀਗੇ। ਤਾਂ ਉਹਦੇ ਵਿੱਚ ਵੀ ਜਿਸ ਤਰੀਕੇ ਨਾਲ ਸਾਡੇ ਨਾਲ ਵਰਤਾਰਾ ਕੀਤਾ ਗਿਆ, ਸ਼ਾਇਦ ਕੱਲ ਪੂਰੇ ਨੈਸ਼ਨਲ ਮੀਡੀਆ ਦੇ ਵਿੱਚ ਵੀ ਉਹ ਕੀਤਾ ਗਿਆ। ਤੇ ਜਿਹੜੀਆਂ ਇਹ ਬਹੁਤ ਸਾਰੇ ਜਿਹੜੇ ਵਾਅਦੇ ਕਰਕੇ ਸਰਕਾਰ ਦੇ ਵਿੱਚ ਆਏ ਸੀਗੇ ਵੀ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ, ਅਸੀਂ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਮੱਲਾਂ ਮਾਰਾਂਗੇ, ਤੇ ਜਿਹਦਾ ਵਾਅਦਿਆਂ ਦਾ ਇਹ ਬਿਆਨ ਅੱਜ ਕੱਲ ਹਿਮਾਚਲ ਦੇ ਵਿੱਚ ਵੀ ਕਰ ਰਹੇ ਨੇ, ਹਰਿਆਣਾ ਦੇ ਵਿੱਚ ਵੀ ਕਰ ਰਹੇ ਨੇ, ਗੁਜਰਾਤ ਦੇ ਵਿੱਚ ਵੀ ਕਰ ਰਹੇ ਨੇ, ਉਸ ਦੀ ਸੱਚਾਈ ਸਾਨੂੰ ਉੱਥੇ ਇਸ ਦੇ ਬਿਲਕੁਲ ਵਿਪਰੀਤ ਦਿਖੀ। ਤੇ ਜਿਸ ਮੈਂ ਥੋੜਾ ਬੈਕਗ੍ਰਾਉਂਡ 'ਚ ਜਾਣਾ ਚਾਹੁੰਦਾ। ਡਾਕਟਰ ਰਾਏ ਬਹਾਦਰ, ਥੋੜਾ ਡਿਟੇਲ ਦਿਓ ਕਿ ਤੁਹਾਡੀ ਭਰਤੀ ਕਦੋਂ ਹੁੰਦੀ ਹੈ, ਫਿਰ ਇਹ ਕੋਰਟ 'ਚ ਮਾਮਲਾ ਕਿਉਂ ਜਾਂਦਾ ਹੈ, ਫਿਰ ਕੋਰਟ 'ਚ ਜਿੱਥੇ ਜਾ ਕੇ ਸਰਕਾਰ ਹਾਰਦੀ ਹੈ ਕੇਸ, ਉੱਥੇ ਤੁਸੀਂ ਸਰਕਾਰ ਨੂੰ ਜ਼ਿੰਮੇਦਾਰ ਠਹਿਰਾ ਰਹੇ ਹੋ? ਜੀ, ਭਰਤੀ ਜਿਹੜੀ ਸੀਗੀ ਜੀ ਉਹ ਪਿਛਲੀ ਜਦੋਂ ਚੰਨੀ ਗਵਰਨਮੈਂਟ ਆਈ ਆ ਸੱਤਾ ਦੇ ਵਿੱਚ, ਉਦੋਂ ਉਹਨਾਂ ਨੇ ਪਿਛਲੇ 25 ਸਾਲਾਂ ਤੋਂ ਜਿਹੜੀ ਭਰਤੀ ਰੋਕੀ ਹੋਈ ਸੀਗੀ ਅਸਿਸਟੈਂਟ ਪ੍ਰੋਫੈਸਰ ਦੀ ਪੰਜਾਬ ਦੇ ਕਾਲਜ ਦੇ ਵਿੱਚ, ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕਿ ਇਹਨੂੰ ਪੂਰਾ ਕੀਤਾ ਜਾਵੇ। ਪੰਜਾਬ ਦੇ ਕਾਲਜ ਵਿੱਚ ਬਹੁਤ ਸਾਰੀ ਸ਼ਾਰਟੇਜ ਸੀਗੀ ਜੀ। ਤਾਂ ਇਹ ਅਕਤੂਬਰ ਦੇ ਵਿੱਚ ਲਗਭਗ ਜਿਹੜਾ ਸੀਗਾ ਜੀ ਉਹ ਪ੍ਰੋਸੈਸ ਸਟਾਰਟ ਹੁੰਦਾ ਹੈ ਜੀ, ਐਡਵਰਟਾਈਜ਼ ਹੁੰਦਾ ਆ। ਉਸ ਤੋਂ ਬਾਅਦ ਨਵੰਬਰ ਦੇ ਵਿੱਚ ਇਹਦਾ 20 ਤੋਂ 22 ਨੂੰ ਜਿਹੜਾ ਟੈਸਟ ਹੁੰਦਾ, ਰਿਟਨ ਟੈਸਟ ਹੁੰਦਾ ਜੀ, ਤੇ ਉਸ ਤੋਂ ਬਾਅਦ ਜਿਹੜੀ ਆ ਇਹ ਸਕਰੂਟਨੀ ਹੁੰਦੀ ਆ ਜੀ, ਤੇ ਫਿਰ 3 ਦਸੰਬਰ ਨੂੰ ਜਿਹੜੀ ਆ ਉਹ ਸਾਡੀ ਜੁਆਇਨਿੰਗ ਹੁੰਦੀ ਆ। 607 ਜਿਹੜੇ ਪਿਛਲੇ ਸਾਲ ਜੀ ਦਸੰਬਰ ਦੇ ਵਿੱਚ 3 ਦਸੰਬਰ ਤੱਕ ਜੁਆਇਨਿੰਗ ਹੋ ਜਾਂਦੀ ਹੈ ਐਜ਼ ਅਸਿਸਟੈਂਟ ਪ੍ਰੋਫੈਸਰ ਜੀ। ਤੇ ਉਸ ਤੋਂ ਬਾਅਦ ਜਿਹੜੇ 24 ਦਸੰਬਰ ਨੂੰ ਸਾਨੂੰ ਜਿਹੜੇ 135 ਕੈਂਡੀਡੇਟ ਜਿਨ੍ਹਾਂ ਨੂੰ ਸਟੇਸ਼ਨ ਮਿਲ ਗਏ, ਤੇ ਉਹਨਾਂ ਚੋਂ 124 ਜਿਹੜੇ ਨੇ ਜੀ ਉਹ ਜੁਆਇਨ ਕਰ ਜਾਂਦੇ ਨੇ ਕਾਲਜ ਵਿੱਚ। ਟੋਟਲ ਕਿੰਨੇ ਸੀ?
ਟੋਟਲ 607 ਕੈਂਡੀਡੇਟਸ ਨੂੰ ਜਿਹੜੇ ਜੁਆਇਨਿੰਗ ਲੈਟਰ ਮਿਲੇ ਸੀਗੇ ਜੀ। 11 ਪਰ ਉਹਨਾਂ ਵਿੱਚੋਂ ਕੀ ਹੋਇਆ ਕਿ ਜਦੋਂ 23 ਪਹਿਲਾਂ ਸਟੇਸ਼ਨ ਮਿਲ ਰਹੇ ਸੀਗੇ, ਉਦੋਂ ਹੀ ਕੁਝ ਜਿਹੜੇ ਜਿਨ੍ਹਾਂ ਨੇ ਪਹਿਲਾਂ ਰਿਟਸ ਪਾਈਆਂ ਹੋਈਆਂ ਸੀ, ਉਹਨਾਂ ਨੇ ਉਹਦੇ ਅਗੇਂਸਟ ਕੰਟੈਂਪਟ ਆਫ ਕੋਰਟ ਦੀ ਜਿਹੜੀ ਸੀਗੀ ਉਹ ਪਟੀਸ਼ਨ ਪਾ ਦਿੱਤੀ। ਉਹਦੀ ਥੋੜ੍ਹੀ ਜਿਹੀ ਮੈਂ ਬੈਕਗਰਾਊਂਡ ਇਹ ਦੱਸ ਦਿੰਦਾ ਕਿ ਜਦੋਂ ਉਸ ਤੋਂ ਪਹਿਲਾਂ ਲਾਸਟ ਹੀਅਰਿੰਗ ਹੋਈ ਸੀਗੀ, ਉਹਦੇ ਵਿੱਚ ਮੈਂ ਮੌਜੂਦ ਸੀਗਾ। ਉਹਦੇ ਵਿੱਚ ਜੱਜ ਸਾਹਿਬ ਨੇ ਇਹ ਕਿਹਾ ਸੀਗਾ ਕਿ ਨੋ ਫਰੈਸ਼ ਅਪਾਇੰਟਮੈਂਟ ਟਿਲ ਨੈਕਸਟ ਡੇਟ। ਉਹਨਾਂ ਨੇ ਇਹ ਸ਼ਬਦ ਨੂੰ ਰਿਪੀਟ ਕੀਤਾ, 2-3 ਵਾਰ ਰਿਪੀਟ ਕੀਤਾ। ਤਾਂ ਜਦੋਂ ਇਹ ਸਟੇਸ਼ਨ ਵੰਡੇ ਜਾ ਰਹੇ ਸੀ ਤਾਂ ਅਪਾਇੰਟਮੈਂਟ ਤਾਂ ਆਲਰੇਡੀ ਹੋ ਚੁੱਕੀ ਸੀਗੀ। ਪਰ ਕੀ ਹੋਇਆ ਕਿ ਜਿਹੜੀ ਸਟੇਟ ਸੀਗੀ ਉਹਨੇ ਉੱਥੇ ਜਾ ਕੇ ਇਹਨੂੰ ਡਿਫੈਂਡ ਕਰਨਾ ਸੀ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਨੂੰ ਕਿ ਅਸੀਂ ਅਪਾਇੰਟਮੈਂਟ ਨਹੀਂ ਕਰ ਰਹੇ, ਅਸੀਂ ਸਿਰਫ ਸਟੇਸ਼ਨ ਦੇ ਰਹੇ ਹਾਂ ਜਿਹੜੇ ਆਲਰੇਡੀ ਅਪਾਇੰਟ ਹੋ ਚੁੱਕੇ ਨੇ। ਪਰ ਜਿਹੜੇ ਸਟੇਟ ਵੱਲੋਂ ਰਿਪਰੈਜ਼ੈਂਟੇਟਿਵ ਲਾਅ ਆਫੀਸਰ ਸੀਗੇ ਉਹ ਉੱਥੇ ਕੋਰਟ ਵਿੱਚ ਜਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਵਿਦਆਊਟ ਪੇ ਰੱਖ ਰਹੇ ਹਾਂ। ਅੱਛਾ। ਤੇ ਇਸ ਗੱਲ ਦਾ ਜਿਹੜਾ ਸੀਗਾ ਹਵਾਲਾ ਹੀ ਗਲਤ ਦੇਤਾ ਜੀ, ਉਹਨਾਂ ਨੇ ਗਲਤ ਦੇਤਾ ਜੀ। ਜੱਜ ਸਾਹਿਬ ਨੇ ਇਸ ਗੱਲ ਦਾ ਬਹੁਤ ਸਖਤ ਨੋਟਿਸ ਲਿਆ ਕਿ ਇਹ ਬਕਾਇਦਾ ਕੰਟੈਂਪਟ ਆਫ ਕੋਰਟ ਵੀ ਸਸਟੇਨ ਹੋ ਰਹੀ ਹੈ ਤੇ ਤੁਸੀਂ ਜਿਹੜਾ ਆ ਉਮੀਦਵਾਰਾਂ ਦਾ ਸ਼ੋਸ਼ਣ ਕਰ ਰਹੇ ਹੋ। ਤੇ ਇਸ ਕਰਕੇ ਜਿਹੜੀ ਕੰਟੈਂਪਟ ਆਫ ਕੋਰਟ ਸੀ ਉਹ ਵੀ ਅੱਗੇ ਕੰਟੀਨਿਊ ਹੋ ਗਈ ਜੀ। ਜਿਹੜਾ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਸਟੇਸ਼ਨ ਵੰਡ ਰਹੇ ਹਾਂ, ਸਿਰਫ ਅਪਾਇੰਟ ਆਲਰੇਡੀ ਹੋ ਚੁੱਕੇ ਨੇ, ਉਹਦੇ ਕਰਕੇ ਜਿਹੜੇ 483 ਕੈਂਡੀਡੇਟ 607 ਦੇ ਵਿੱਚੋਂ 483 ਕੈਂਡੀਡੇਟ ਜਿਹੜੇ ਸੀਗੇ ਉਹ ਕਾਲਜ ਵਿੱਚ ਆਉਣ ਤੋਂ ਰਹਿ ਗਏ ਜੀ। ਤੇ 607 ਕੈਂਡੀਡੇਟ ਆਲਰੇਡੀ ਪਹਿਲਾਂ ਆਪਣੀਆਂ ਸਰਕਾਰੀ ਪੋਸਟਾਂ ਤੋਂ, ਅਰਧ ਸਰਕਾਰੀ ਪੋਸਟਾਂ ਤੋਂ ਤੇ ਜਾਂ ਫੈਲੋਸ਼ਿਪਸ ਤੋਂ ਰਿਜ਼ਾਈਨ ਕਰਕੇ ਆਏ ਹੋਏ ਸੀਗੇ। ਅੱਛਾ। ਤਾਂ ਜਦੋਂ ਇਹ 2-3 ਨੂੰ ਜੁਆਇਨ ਕਰ ਲੈਂਦੇ ਨੇ, ਉਸ ਵੇਲੇ ਵੀ ਸਾਨੂੰ ਡਿਪਾਰਟਮੈਂਟ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਰੈਜ਼ਿਗਨੇਸ਼ਨ ਲੈਟਰਸ ਪਹਿਲਾਂ ਟੈਂਡਰ ਕਰੋ, ਉਸ ਤੋਂ ਬਾਅਦ ਜੁਆਇਨ ਕਰੋ। 607 ਦੇ ਕਰੀਬ ਜਦੋਂ ਜੁਆਇਨਿੰਗਸ ਹੋ ਜਾਂਦੀਆਂ ਨੇ, ਉਸ ਤੋਂ ਬਾਅਦ 124 ਨੂੰ ਅੱਗੇ ਸਟੇਸ਼ਨ ਚਲਾ ਜਾਂਦਾ ਤਾਂ 483 ਕੈਂਡੀਡੇਟ ਸਾਡੇ ਅਜਿਹੇ ਨੇ ਜਿਹੜੇ ਹਵਾ ਦੇ ਵਿੱਚ ਹੀ ਲਟਕਦੇ ਰਹਿ ਜਾਂਦੇ ਨੇ। ਪੁਰਾਣੀਆਂ ਜੌਬਸ ਉਹ ਰਿਜ਼ਾਈਨ ਕਰ ਚੁੱਕੇ ਨੇ। ਡਿਪਾਰਟਮੈਂਟ ਇੱਧਰ ਭਰਤੀ ਨਹੀਂ ਹੋਈ, ਹਾਲੇ ਇੱਧਰ ਜੁਆਇਨਿੰਗ ਨਹੀਂ ਹੋਈ, ਸਿਰਫ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਜੋ ਉਸਨੇ ਕੋਰਟ ਦੇ ਵਿੱਚ ਆਪਣੇ ਲੀਗਲ ਆਫੀਸਰਸ ਦੇ ਥਰੂ ਕੀਤਾ। ਤਾਂ ਇਹ ਪਿਛਲੀ ਸਰਕਾਰ ਦੀ ਗੱਲ ਸੀ। ਹੁਣ ਵਾਲੀ ਸਰਕਾਰ ਨੂੰ ਕੀ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਹੁਣ ਵਾਲੀ ਸਰਕਾਰ ਰਿਸਪੌਂਸੀਬਲ ਕਿੱਥੇ ਹੈ? ਹੁਣ ਵਾਲੀ ਸਰਕਾਰ, ਜਦੋਂ ਇਹ ਸਰਕਾਰ ਆਈ ਤਾਂ ਸਾਡੀ ਵੀ ਇੱਕ ਉਮੀਦ ਬੱਝੀ ਸੀਗੀ ਕਿ ਜੋ ਪਹਿਲਾਂ ਨਹੀਂ ਹੋ ਰਿਹਾ ਸੀਗਾ, ਹੁਣ ਇਹ ਚੰਗੇ ਤਰੀਕੇ ਨਾਲ ਉਸ ਤੇ ਕਾਰਵਾਈ, ਉਸ ਤੇ ਪੈਰਵਾਈ ਕਰਨੇ ਸ਼ੁਰੂ ਕਰਨਗੇ, ਕਿਉਂਕਿ ਰਿਪਲਾਈ ਹਜੇ ਫਾਈਲ ਹੋ ਰਹੇ ਸੀਗੇ ਗਵਰਨਮੈਂਟ ਵੱਲੋਂ। ਪਰ ਉਸ ਤੋਂ ਬਾਅਦ ਵੀ ਜੋ ਅਸੀਂ ਦੇਖਿਆ, ਅਸੀਂ ਮਿਲਣ ਦੀਆਂ ਕੋਸ਼ਿਸ਼ਾਂ ਉਦੋਂ ਤੋਂ ਹੀ ਸ਼ੁਰੂ ਕਰ ਦਿੱਤੀਆਂ। ਡੀਸੀਜ਼ ਨੂੰ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਸਾਰੇ ਜ਼ਿਲ੍ਹਿਆਂ ਦੇ, ਕਿਉਂਕਿ ਅਸੀਂ ਰੂਲ ਦੇ ਮੁਤਾਬਿਕ ਹੀ ਜਿਹੜਾ ਚੀਜ਼ਾਂ ਨੂੰ ਚੱਲ ਰਹੇ ਸੀਗੇ ਕਿ ਇਸ ਚੀਜ਼ ਵੱਲ ਉਹਨਾਂ ਧਿਆਨ ਲਿਆਂਦਾ ਜਾਵੇ ਕਿ ਤੁਸੀਂ ਇਸ ਦੇ ਵਿੱਚ ਪੈਰਵਾਈ ਜਿਹੜੀ ਹੈਗੀ ਉਹ ਚੰਗੇ ਤਰੀਕੇ ਨਾਲ ਕਰੋ। ਪਰ ਉਹਦੇ ਵਿੱਚ ਵੀ ਸਾਨੂੰ ਕੁਝ ਚੰਗਾ ਦੇਖਣ ਨੂੰ ਨਹੀਂ ਮਿਲਿਆ, ਜਿਸ ਦੇ ਚੱਲਦੇ ਹੋਏ 8 ਅਗਸਤ ਨੂੰ ਜਿਹੜੀ ਭਰਤੀ ਹੈ ਉਹ ਕੁਐਸ਼ ਕਰ ਦਿੱਤੀ ਜਾਂਦੀ ਹੈ। ਤੇ ਉਸ ਦੇ ਨਾਲ 483 ਜਿਹੜੇ ਕੈਂਡੀਡੇਟ ਨੇ ਉਹ ਸਾਡੇ 8 ਮਹੀਨਿਆਂ ਤੋਂ ਆਲਰੇਡੀ ਜੌਬਸ ਤੋਂ ਵਾਂਝੇ ਹੋ ਚੁੱਕੇ ਸੀਗੇ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਨਾ ਤੁਸੀਂ ਪਿੱਛੇ ਜਾ ਸਕਦੇ ਹੋ, ਤੇ ਇਸ ਦੇ ਵਿੱਚ ਵੀ ਤੁਹਾਡੀ ਜਿਹੜੀ ਹੈਗੀ ਹੈ ਕੋਈ ਜੌਬ ਜਿਹੜੀ ਹੈਗੀ ਉਹ ਬਿਲਕੁਲ ਬਾਹਰ ਕਰ ਦਿੱਤਾ ਗਿਆ ਤੁਹਾਨੂੰ। ਡਾਕਟਰ ਸੋਹਲ, ਕੁਝ ਅੰਕੜੇ ਤੁਸੀਂ ਦੱਸ ਰਹੇ ਸੀਗੇ, ਮੈਂ ਫਿਰ ਬਾਕੀ ਪੈਨਲਿਸਟ ਕੋਲੇ ਵੀ ਜਾਣਾ ਹੈ। 25 ਸਾਲ ਤੋਂ ਤੁਸੀਂ ਦੱਸ ਰਹੇ ਸੀ ਕੋਈ ਭਰਤੀ ਨਹੀਂ ਹੋਈ ਜੀ। 25 ਸਾਲ ਤੋਂ ਭਰਤੀ ਨਹੀਂ ਹੋਈ। ਜੱਜ ਸਾਹਿਬ ਨੇ ਜਜਮੈਂਟ ਦੇ ਵਿੱਚ ਵੀ ਬਾਕਾਇਦਾ ਤੌਰ ਤੇ ਅੰਕੜੇ ਜਿਹੜੇ ਲਿਖੇ ਨੇ ਕਿ 2000 ਦੇ ਕਰੀਬ ਸੈਂਕਸ਼ਨ ਪੋਸਟ ਪੰਜਾਬ ਦੇ ਵਿੱਚ ਮੌਜੂਦ ਨੇ ਅਸਿਸਟੈਂਟ ਪ੍ਰੋਫੈਸਰਸ ਦੀਆਂ, ਬਟ ਉਹਦੇ ਵਿੱਚੋਂ ਸਿਰਫ 325 ਦੇ ਕਰੀਬ ਜਿਹੜੇ ਪ੍ਰੋਫੈਸਰਸ ਨੇ ਉਹ ਇਸ ਵੇਲੇ ਮੌਜੂਦ ਹੈਗੇ ਨੇ ਰੈਗੂਲਰ ਪ੍ਰੋਫੈਸਰਸ, ਤੇ ਜਿਸ ਦੇ ਵਿੱਚ ਵੈਕੈਂਸੀ ਰੇਟ ਜਿਹੜਾ ਹੈਗਾ ਉਹ ਅਲਾਰਮਿੰਗ ਸਟੇਜ ਤੇ ਹੈਗਾ। ਜੱਜ ਸਾਹਿਬ ਨੇ ਆਪਣੀ ਜਜਮੈਂਟ ਦੇ ਵਿੱਚ ਹੀ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ ਰਿਪੋਰਟ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਕਿ ਕਾਲਜਿਸ ਦੇ ਵਿੱਚ ਜਿਹੜੇ ਕੰਟਰੈਕਚੁਅਲ ਐਡਹੌਕ ਸਟਾਫ ਜਿਹੜਾ ਹੈਗਾ ਉਹਦਾ ਰੇਸ਼ੋ 70% ਤੋਂ 80% ਤੱਕ ਚਲਿਆ ਜਾਂਦਾ ਹੈ। ਤਾਂ ਇਹ ਭਰਤੀ ਉਸ ਸੰਦਰਭ ਦੇ ਵਿੱਚ ਇੱਕ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਸੁਰਜੀਤ ਕਰਨ ਦੇ ਲਈ ਇੱਕ ਲਿਆ ਗਿਆ ਸਟੈਪ ਸੀਗਾ, ਜਿਸ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਦੇ ਕੁਆਲਿਟੇਟਿਵ ਜਿਹੜੀ ਇੰਪਰੂਵਮੈਂਟ ਹੈ ਉਸ ਦੇ ਤੌਰ ਤੇ ਦੇਖਿਆ ਜਾ ਸਕਦਾ ਸੀਗਾ। ਤਾਂ ਇਸ ਕਰਕੇ ਇਸ ਭਰਤੀ ਵੇਲੇ ਸੁਹਿਰਤਾ ਜਿਹੜੀ ਸਰਕਾਰਾਂ ਦੀ ਹੋਣੀ ਚਾਹੀਦੀ ਸੀਗੀ ਉਹ ਨੈਕਸਟ ਲੈਵਲ ਦੀ ਹੋਣੀ ਚਾਹੀਦੀ ਸੀਗੀ। ਤੇ ਉਹਦੇ ਵਿੱਚ ਵੀ ਜਦੋਂ ਇਹ ਟੈਸਟ ਹੁੰਦਾ ਹੈ ਜਿਹਦੇ ਵਿੱਚ ਲੱਖਾਂ ਹੀ ਤਾਦਾਦ ਦੇ ਵਿੱਚ ਸਟੂਡੈਂਟ ਪਾਰਟਿਸਿਪੇਟ ਕਰਦੇ ਨੇ, ਪੰਜਾਬ ਦੀ ਅਜਿਹੀ ਭਰਤੀ 25 ਸਾਲਾਂ ਬਾਅਦ ਨਿਕਲੀ ਹੋਵੇ ਤੇ ਜਿਸ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ, ਪੇਪਰ ਲੀਕ ਹੋਣ ਨੂੰ ਲੈ ਕੇ, ਫੇਅਰਨੈਸ ਨੂੰ ਲੈ ਕੇ, ਟਰਾਂਸਪੇਰੈਂਸੀ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਇਸ਼ੂ ਹੈ ਉਹ ਨਾ ਉਠਾਇਆ ਗਿਆ ਹੋਵੇ, ਇਹ ਸਾਡੀ ਮੈਰਿਟ ਸੀਗੀ। ਫਿਰ ਵੀ ਕੁਝ ਇਸ਼ੂਜ਼ ਉਠਾਏ ਗਏ, ਪੀਪੀਐਸਸੀ ਦੇ ਘੇਰੇ ਤੋਂ ਬਾਹਰ ਕੱਢਣ ਦੇ ਬਾਰੇ ਗੱਲ ਕੀਤੀ ਗਈ, ਯੂਜੀਸੀ ਦੇ ਨਿਯਮ ਨਾ ਫੋਲੋ ਕਰਨ ਦੀ ਗੱਲ ਕੀਤੀ ਗਈ, ਉਹ ਤੇ ਵੀ ਲੀਗਲ ਪ੍ਰੈਸੀਡੈਂਟ ਸੁਪਰੀਮ ਕੋਰਟ ਦੀਆਂ ਜਜਮੈਂਟ ਮੌਜੂਦ ਨੇ। ਤੇ ਉਸ ਤੋਂ ਬਾਅਦ ਜਦੋਂ ਇਹ ਸਿਲੈਕਸ਼ਨ ਕਮੇਟੀਆਂ ਬਣੀਆਂ ਸੀਗੀਆਂ ਉਹਦੇ ਵਿੱਚ GNDU ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਜੀ ਜਿਹੜੇ UGC ਦੇ ਸੈਕਟਰੀ ਰਹਿ ਚੁੱਕੇ ਨੇ ਉਹ ਵੀ ਮੌਜੂਦ ਸੀਗੇ, ਪ੍ਰੋਫੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹ ਵੀ ਮੌਜੂਦ ਸੀਗੇ।
ਤਾਂ ਬਾਕਾਇਦਾ ਤੌਰ ਤੇ ਉਹਨਾਂ ਲੀਗਲ ਪ੍ਰੈਸੀਡੈਂਟਸ ਨੂੰ ਆਧਾਰ ਬਣਾ ਕੇ ਪ੍ਰੋਸੈਸ ਜਿਹੜਾ ਹੈਗਾ ਸੀਗਾ ਉਹ ਚੌਕ ਆਊਟ ਕੀਤਾ ਗਿਆ ਸੀਗਾ। ਲੈਟਰਸ ਵੀ ਮੌਜੂਦ ਨੇ ਜਿਹਦੇ ਵਿੱਚ ਸਰਕਾਰ ਦਾ ਇਹ ਸੀਗਾ ਕਿ ਜਿੰਨੀ ਮਿਨੀਮਲ ਅਸੀਂ ਹਿਊਮਨ ਇੰਟਰੈਕਸ਼ਨ ਰੱਖਾਂਗੇ ਉਹਨਾਂ ਹੀ ਇਹਦੇ ਵਿੱਚ ਪਾਰਦਰਸ਼ਤਾ ਜਿਹੜੇ ਸਵਾਲ ਨੇ ਉਹਨਾਂ ਤੇ ਕੋਈ ਸਵਾਲ ਨਹੀਂ ਉੱਠੇਗਾ, ਇਹਦੀ ਫੇਅਰਨੈਸ ਤੇ ਕੋਈ ਸਵਾਲ ਨਹੀਂ ਉੱਠੇਗਾ। ਤਾਂ ਉਸ ਤੋਂ ਬਾਅਦ ਜਿਹੜੀ ਇਹ ਭਰਤੀ ਹੋ ਚੁੱਕੀ ਸੀ, ਇਹੀ ਸਵਾਲਾਂ ਨੂੰ ਜਿਸ ਤਰੀਕੇ ਨਾਲ ਅਸੀਂ ਕੋਰਟ ਦੇ ਵਿੱਚ ਰੱਖਣਾ ਸੀਗਾ ਉਸ ਤਰੀਕੇ ਨਾਲ ਨਹੀਂ ਰੱਖਿਆ ਗਿਆ ਹੈਗਾ। ਜਿਵੇਂ ਮੇਰੇ ਸਾਥੀ ਜਿਹੜੇ ਪੈਨਲਿਸਟ ਨੇ ਉਹਨਾਂ ਨੇ ਵੀ ਤੁਹਾਨੂੰ ਵੇਰਵਾ ਦਿੱਤਾ, ਇਹ ਤਾਂ ਸਿਰਫ 2 ਤਾਰੀਖਾਂ ਦਾ ਵੇਰਵਾ ਦੇ ਪਾਏ ਨੇ, ਲੇਕਿਨ ਇਹ ਪੂਰੇ 9 ਮਹੀਨਿਆਂ ਦੇ ਵਿੱਚ ਤਕਰੀਬਨ ਕੋਰਟ ਦੇ ਵਿੱਚ ਨੇ ਜਿਹੜੀਆਂ ਉਹ 40 ਤੋਂ 50 ਦੇ ਕਰੀਬ ਹੀਅਰਿੰਗਸ ਚੱਲੀਆਂ ਨੇ। ਉਹਨਾਂ 40 ਤੋਂ 50 ਹੀਅਰਿੰਗਸ ਦੇ ਵਿੱਚ ਜਿਹੜਾ ਸਟੇਟ ਦਾ ਰਿਸਪੌਂਸ ਸੀਗਾ ਉਹ ਜਿਸ ਤਰੀਕੇ ਨਾਲ ਸਾਨੂੰ ਲੱਗਦਾ ਸੀਗਾ ਉਹ ਅਸੀਂ ਕਈ ਵਾਰ ਇਹ ਮਹਿਸੂਸ ਕਰਨ ਲੱਗ ਜਾਂਦੇ ਸੀਗੇ ਕਿ ਸਾਨੂੰ ਟਾਈਮ ਦੇ ਦਿਓ, ਅਸੀਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ, ਅਸੀਂ ਇਹਨਾਂ ਚੀਜ਼ਾਂ ਨੂੰ ਐਕਸਪਲੇਨ ਕਰ ਦਿੰਦੇ ਹਾਂ। ਮੀਤ ਹੇਅਰ ਸਾਹਿਬ ਨਾਲ ਕਿਸੇ ਦੀ ਵੀ ਗੱਲ ਨਹੀਂ ਹੋਈ? ਮੀਤ ਹੇਅਰ ਸਾਹਿਬ ਨਾਲ ਗੱਲ ਹੋਈ ਸੀਗੀ ਜੀ, ਅਸੀਂ ਆਪਣੇ ਫਰੰਟ ਦੇ ਤੌਰ ਤੇ ਤਾਂ ਸਾਨੂੰ ਮੀਟਿੰਗ ਨਹੀਂ ਮਿਲੀ, ਅਸੀਂ ਆਪਣੇ ਪਰਸਨਲ ਕੰਟੈਕਟਸ ਦੇ ਥਰੂ ਉਹਨਾਂ ਤੇ ਰਸਾਈ ਜ਼ਰੂਰ ਕੀਤੀ ਸੀਗੀ ਤੇ ਬਾਕਾਇਦਾ ਤੌਰ ਤੇ ਜਿਹੜੇ ਇਸ਼ੂਜ਼ ਉਹਨਾਂ ਨੇ ਕਹੇ ਸੀਗੇ ਕਿ ਇਹ ਇਸ਼ੂ ਕਰਕੇ ਭਰਤੀ ਰੱਦ ਹੋਣੀ ਹੈ, ਜਿਹੜੀ 5 ਨੰਬਰ ਦਾ ਨੋਟਿਸ ਵਾਪਸ ਲੈ ਲਿਆ ਗਿਆ, ਉਹਦੇ ਵਿੱਚ ਜੱਜ ਸਾਹਿਬ ਨੇ ਉਹਦੇ ਵਿੱਚ ਬਿਲਕੁਲ ਕੋਈ ਗੱਲ ਨਹੀਂ ਕੀਤੀ 5 ਨੰਬਰ ਵਾਲੇ ਤੇ ਬਾਕਾਇਦਾ ਤੌਰ ਤੇ ਲਿਖਿਆ ਕਿ ਉਹ ਨੋਵਲ ਸਟੈਪ ਸੀਗਾ ਜਿਹੜਾ ਬਹੁਤ ਦੇਰ ਬਾਅਦ ਲਿਆ ਗਿਆ, ਬਟ ਜਦੋਂ ਲਿਆ ਗਿਆ ਤਾਂ ਉਹਦਾ ਸਿੱਟਾ ਵੀ ਇਹ ਨਿਕਲਿਆ ਕਿ ਉੱਤੇ ਰਿਟ ਪਟੀਸ਼ਨਾਂ ਹੋਰ ਪੈਣੀਆਂ ਸ਼ੁਰੂ ਹੋ ਗਈਆਂ। ਮੈਂ ਤੁਹਾਨੂੰ ਵਰਡ ਟੂ ਵਰਡ ਉਹਦੇ ਵਿੱਚ ਕੋਟ ਕਰ ਰਿਹਾ। ਤਾਂ ਆਲਰੇਡੀ ਸਰਕਾਰ ਵੀ ਇਹ ਕਹਿ ਰਹੀ ਸੀ ਕਿ ਪੀਪੀਐਸਸੀ ਦਾ ਮਸਲਾ ਕੋਈ ਵੱਡਾ ਮਸਲਾ ਨਹੀਂ ਹੈਗਾ, ਜੇ ਘੇਰੇ ਤੋਂ ਬਾਹਰ ਕੱਢੀਆਂ ਗਈਆਂ ਨੇ ਪੋਸਟਾਂ ਤੇ ਉਹਦੇ ਲਈ ਨਵੀਂ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਵੀ ਇਸ਼ੂ ਕਰ ਦਿੱਤੀ ਸੀਗੀ। ਯੂਜੀਸੀ ਦੇ ਉੱਪਰ ਖੁੱਲ੍ਹੇਆਮ ਮੇਰੀ ਪੀਐਚਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੇ ਹੈਗੀ, ਜਦੋਂ ਮੈਂ ਬੋਲਦਾ ਹਾਂ ਤਾਂ ਮੈਂ ਉਹਦੇ ਇੱਕ ਐਕਸਪਰਟ ਦੇ ਤੌਰ ਤੇ ਵੀ ਇੱਕ ਕਮੈਂਟ ਦੇ ਸਕਦਾ ਹਾਂ ਕਿ ਯੂਜੀਸੀ ਦੀਆਂ ਮਿਨੀਮਮ ਜਿਹੜੀਆਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਉਹਨਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ ਜਿਹੜਾ ਯੂਜੀਸੀ ਨੈਟ ਹੈਗੀ ਹੈ। ਬਟ ਉਸ ਤੋਂ ਬਾਅਦ ਦੀਆਂ ਜਿਹੜੇ ਰੈਗੂਲੇਸ਼ਨਸ ਨੇ, ਕਿਉਂਕਿ ਜਿਹੜਾ ਹਾਇਰ ਐਜੂਕੇਸ਼ਨ ਜਿਹੜਾ ਹੈਗਾ ਉਹ ਕਨਕਰੈਂਟ ਐਜੂਕੇਸ਼ਨ ਜਿਹੜਾ ਹੈਗਾ ਕਨਕਰੈਂਟ ਲਿਸਟ ਦੇ ਵਿੱਚ ਆਉਂਦਾ, ਸਟੇਟ ਵੀ ਰੂਲ ਬਣਾਉਂਦੇ ਨੇ, ਸੈਂਟਰ ਵੀ ਰੂਲ ਬਣਾਉਂਦੇ ਨੇ ਤੇ ਉਹਦੇ ਵਿੱਚ ਮੇਨਟੇਨੈਂਸ ਆਫ ਸਟੈਂਡਰਡ ਜਿਹੜਾ ਹੈਗਾ ਉਹ ਯੂਨੀਅਨ ਲਿਸਟ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ, ਯੂਨੀਅਨ ਲਿਸਟ ਦੇ ਵਿੱਚ ਆਉਣ ਕਰਕੇ ਵੀ ਸਟੇਟਸ ਦੀ ਆਟੋਨੋਮੀ ਨੂੰ ਨਹੀਂ ਛੇੜਿਆ ਜਾ ਸਕਦਾ। ਉਸੇ ਦਾ ਹੀ ਇਹ ਵੇਰਵਾ ਦੇ ਕੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੇ ਬਾਕਾਇਦਾ ਤੌਰ ਤੇ ਜਿਹੜੇ GNDU ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਜੀ ਸੀਗੇ, ਸੈਕਟਰੀ ਰਹਿ ਚੁੱਕੇ ਸੀਗੇ ਤੇ ਹੋਰ ਜਿਹੜੇ ਐਮੀਨੈਂਟ ਐਜੂਕੇਸ਼ਨਿਸਟ ਸੀਗੇ, ਉਹਨਾਂ ਤੋਂ ਸਲਾਹ ਤੋਂ ਬਾਅਦ ਇਹ ਪ੍ਰੋਸੈਸ ਕੀਤਾ ਸੀਗਾ। ਲੇਕਿਨ ਪ੍ਰੋਸੈਸ ਮੈਂ ਆ ਰਿਹਾ ਤੁਹਾਡੇ ਵੱਲ ਯੋਧਾ ਸਿੰਘ ਜੀ, ਮੈਂ ਥੋੜਾ ਜਿਹਾ ਇਹ ਸਾਰੀਆਂ ਟੈਕਨੀਕਲ ਗੱਲਾਂ ਅਸੀਂ ਕੀਤੀਆਂ ਹੈ, ਪਰ ਤੁਹਾਡੇ ਨਾਲ ਕੀ ਹੋਇਆ ਉਸ ਦਿਨ? ਕੀ ਹੋਇਆ? ਤੁਸੀਂ ਕਿੱਥੇ ਖੜੇ ਸੀਗੇ ਤੇ ਤੁਸੀਂ ਇਹੋ ਜਿਹਾ ਕੀ ਕਰ ਰਹੇ ਸੀਗੇ ਤੁਹਾਡੀ ਆ ਕੇ ਉਹਨਾਂ ਨੇ ਉਂਗਲਾਂ ਤੋੜਤੀਆਂ? ਮੈਂ ਸਰ ਥੋੜਾ ਜਿਹਾ ਬੈਕਗਰਾਉਂਡ ਤੋਂ ਗੱਲ ਸ਼ੁਰੂ ਕਰਨੀ ਚਾਹੂੰਗਾ। ਜਿਵੇਂ ਮੈਂ ਇੱਕ ਮਜ਼ਦੂਰ ਪਰਿਵਾਰ ਤੋਂ ਆਉਣਾ, ਜਿਵੇਂ ਕਹਿੰਦੇ ਨੇ ਵੀ ਮੇਰੇ ਪਿਓ ਨੇ ਨਹੀਂ ਮਜ਼ਦੂਰੀ ਕੀਤੀ, ਮੇਰੇ ਵੱਡੇ ਭਰਾ ਨੇ ਮਜ਼ਦੂਰੀ ਕਰਕੇ ਮੈਨੂੰ ਪੜ੍ਹਾਇਆ। ਮੇਰਾ ਪਿਓ, ਮੇਰੇ ਜਿਹੜੇ ਫਾਦਰ ਸਾਹਿਬ ਨੇ 2002 ਚ ਬਿਮਾਰ ਹੋ ਗਏ ਸੀ ਉਹ, ਤਾਂ ਮੇਰੇ ਵੱਡੇ ਭਰਾ ਨੇ ਉਹਨਾਂ ਦੀ ਦਵਾਈ ਦਾ ਖਰਚਾ ਵੀ ਚੱਕਿਆ ਤੇ ਮੈਨੂੰ ਵੀ ਪੜ੍ਹਾਇਆ, ਮੇਰੇ ਛੋਟੇ ਭਰਾ ਨੂੰ ਵੀ ਪੜ੍ਹਾਇਆ। ਤਾਂ ਅਸੀਂ ਆਪਦੀਆਂ ਮਿਹਨਤਾਂ ਕਰਕੇ, ਮਤਲਬ ਹੁਣ ਆਪਾਂ ਗੱਲ ਕਰਦੇ ਵੀ ਸਾਡੇ ਹੱਥ ਕਿਉਂ ਟੁੱਟ ਰਹੇ ਨੇ, ਇਹਨਾਂ ਹੱਥਾਂ ਨਾਲ ਜਿਨ੍ਹਾਂ ਨਾਲ ਅਸੀਂ ਪੈਨ ਫੜ ਕੇ ਪੈਨਸਲਾਂ ਫੜ ਕੇ ਲਿਖਣਾ ਸਿੱਖਿਆ, ਜਿਨ੍ਹਾਂ ਨਾਲ ਅਸੀਂ ਆਪਦੇ ਖੋਜ ਕਾਰਜ ਕੀਤੇ, ਜਿਨ੍ਹਾਂ ਨਾਲ ਅਸੀਂ ਖੋਜ ਪੱਤਰ ਲਿਖੇ, ਅੱਜ ਇਹ ਟੁੱਟੇ ਕਿਉਂ ਨੇ? ਕਿਉਂਕਿ ਸਾਡੇ ਤੋਂ ਇੱਕ ਗਲਤੀ ਹੋ ਗਈ, ਅਸੀਂ ਹਾਇਰ ਐਜੂਕੇਸ਼ਨ 'ਚ ਆ ਗਏ, ਅਸੀਂ PhDਆਂ ਕਰ ਲਈਆਂ, ਅਸੀਂ ਨੈਟ ਕਰ ਲਏ, ਅਸੀਂ ਜੋ ਕੁਛ ਐਕਸਟ੍ਰੀਮ ਲੈਵਲ ਦੀ ਅੱਜ ਐਜੂਕੇਸ਼ਨ ਆਪਾਂ ਪੰਜਾਬ 'ਚ ਜਿੱਥੋਂ ਆਪਣੇ ਖਿੱਤੇ 'ਚ ਮੰਨਦੇ ਹਾਂ ਉਹ ਅਚੀਵ ਕੀਤੀ। ਤੇ ਇਹਨਾਂ ਨੇ ਉਹ ਇੱਕ ਪੋਸਟਾਂ ਕੱਢੀਆਂ 1158 ਸਹਾਇਕ ਪ੍ਰੋਫੈਸਰਾਂ ਦੀਆਂ, ਸਾਡੇ ਲਈ ਇੱਕ ਉਮੀਦ ਜਾਗੀ। ਅਸੀਂ ਉਹਦੇ 'ਚ ਜਾਂਦੇ ਹਾਂ, ਜੋ ਅਸੀਂ ਕੰਪੀਟ ਕਰਦੇ ਹਾਂ, ਮਿਹਨਤ ਨਾਲ ਉਹ ਪੇਪਰ ਨੂੰ ਕਰੈਕ ਕਰਦੇ ਹਾਂ ਤੇ ਜੁਆਇਨ ਕਰਦੇ ਹਾਂ। ਪਰ ਇਹ ਜਿਹੜੀ ਉਚੇਰੀ ਸਿੱਖਿਆ ਦਾ ਇੱਕ ਪੂਰਾ ਪ੍ਰਬੰਧ ਹੈ, ਜਿਵੇਂ ਇਹਨੂੰ ਸਰਕਾਰਾਂ ਦੀ ਨੀਤੀਆਂ ਨੇ ਪ੍ਰਾਈਵੇਟ ਕਰਨ ਦੀਆਂ, ਉਹਦੇ ਵਿੱਚ ਇਹ ਪੋਸਟਾਂ ਫਿੱਟ ਨਹੀਂ ਬਹਿੰਦੀਆਂ। ਵੀ ਜੇ ਇਹ ਭਰਤੀ ਸਿਰੇ ਚੜ੍ਹ ਜਾਂਦੀ ਹੈ ਤਾਂ 2050-55 ਤੱਕ ਸਰਕਾਰੀ ਕਾਲਜਾਂ ਨੂੰ ਹਿਲਾਇਆ ਨਹੀਂ ਜਾ ਸਕਦਾ, ਤੇ ਸਰਕਾਰਾਂ ਦੀ ਨੀਤੀ ਹੈ ਨਹੀਂ ਕਿ ਇੰਨੇ ਲੰਬੇ ਸਰਕਾਰੀ ਕਾਲਜ ਚੱਲਣ। ਤਾਂ ਉਹਨਾਂ ਨੇ ਇੱਕ ਮਤਲਬ ਜਿਹੜੇ ਇਹ ਸਾਰਾ ਕੋਰਟ ਕਚਹਿਰੀਆਂ ਦੇ ਰੌਲੇ ਨੇ ਉਹਦੇ 'ਚ ਭਰਤੀ ਨੂੰ ਕੋਈ ਪੈਰਵਾਈ ਨਹੀਂ ਕੀਤੀ ਤੇ ਅਖੀਰ ਨੂੰ ਇਹ ਭਰਤੀ ਦਮ ਤੋੜਦੀ ਦਿਖ ਰਹੀ ਹੈ, ਰੱਦ ਹੋਈ ਹੈ। ਅਸੀਂ ਇਸ ਭਰਤੀ ਨੂੰ ਆਪਣੀ ਜਿਹੜੀ ਜਿੰਦ ਜਾਨ ਲਾ ਕੇ ਲੜ ਰਹੇ ਹਾਂ ਇਹਦੇ ਲਈ ਵੀ ਇਹ ਬਚ ਸਕੇ। ਜਿਵੇਂ ਮੈਂ ਗੱਲ ਕਰਾਂ, ਹੁਣ ਅਸੀਂ 15 ਅਗਸਤ ਨੂੰ ਲੁਧਿਆਣੇ ਗਏ, ਫਿਰ ਸੰਗਰੂਰ ਗਏ, ਫਿਰ ਬਰਨਾਲੇ ਗਏ। ਇਹਨਾਂ ਨੇ ਸਾਡਾ ਸਬਰ ਪਰਖਿਆ। ਭਗਵੰਤ ਮਾਨ ਜੀ ਕਹਿੰਦੇ ਸੀਗੇ ਵੀ ਕੋਈ ਧਰਨਾ ਨਹੀਂ ਲੱਗੂਗਾ, ਕੋਈ ਪੱਗਾਂ ਨਹੀਂ ਰੁਲਣਗੀਆਂ, ਕੋਈ ਚੁੰਨੀਆਂ ਨਹੀਂ ਪਾਟਣਗੀਆਂ, ਇਹ ਸਾਰਾ ਕੁਝ ਹੋਇਆ। ਉਹ ਇਹਦੇ 'ਤੇ ਜਵਾਬ ਦੇ ਨੇ। ਐਜੂਕੇਸ਼ਨ ਮਿਨਿਸਟਰ ਕਹਿੰਦੇ ਸੀ ਸਾਨੂੰ ਤੁਸੀਂ ਜਿੱਥੇ ਕਹੋਗੇ ਅਸੀਂ ਤੁਹਾਡੇ ਵਿੱਚ ਆ ਕੇ ਖੜਾਂਗੇ, ਮਿਲਾਂਗੇ। ਅਸੀਂ ਬਰਨਾਲੇ ਉਹਨਾਂ ਦੇ ਘਰ ਦੇ ਬਾਹਰ ਬੈਠੇ ਜਾ ਕੇ, ਉਹ ਕਿੱਥੇ ਮਿਲਣਾ ਹੈ ਸਾਨੂੰ? ਜਿਹੜੇ ਇਹ ਆਮ ਆਦਮੀ ਦੇ ਨਾਂ 'ਤੇ ਇੱਕ ਪਾਰਟੀ ਸਰਕਾਰ ਬਣ ਕੇ ਆਈ ਹੈ, ਉਹ ਖਾਸ ਹੋ ਗਏ। ਉਹ ਸਾਡੇ ਨਾਲ ਅੱਖ 'ਚ ਅੱਖ ਮਿਲਾ ਕੇ ਨਹੀਂ ਗੱਲ ਕਰ ਪਾ ਰਹੇ। ਅਸੀਂ ਅੱਜ ਇਹ ਕਹਿੰਦੇ ਆ, ਉਹ ਸਾਡੀਆਂ ਡਿਗਰੀਆਂ ਤੋਂ, ਸਾਡੀ ਕੁਆਲੀਫਿਕੇਸ਼ਨਾਂ ਤੋਂ ਡਰਦੇ ਨੇ। ਉਹ ਇੱਕ ਮੀਟਿੰਗ ਨਹੀਂ ਦੇ ਸਕੇ,
ਉਹ ਮੀਟਿੰਗ ਨਹੀਂ ਦੇ ਸਕੇ ਕਿਉਂਕਿ ਉਹਨਾਂ ਨੂੰ ਪਤਾ ਜਿਹੜੇ ਇਹ ਐਜੂਕੇਸ਼ਨਿਸਟ ਨੇ ਜਿਹਨਾਂ ਕੋਲ ਹਾਇਰ ਐਜੂਕੇਸ਼ਨ ਦੀਆਂ ਡਿਗਰੀਆਂ ਨੇ ਇਹ ਸਾਨੂੰ ਗੱਲਾਂ ਦੇ ਵਿੱਚ ਹਰਾ ਦੇਣਗੇ ਤੇ ਸਾਡੀ ਬਦਨਾਮੀ ਹੋਊਗੀ। ਪੀਐਚਡੀ ਕਰ ਰਹੇ ਹੋ ਸਰ ਮੇਰੀ ਪੀਐਚਡੀ ਹੈ ਜੀ ਬੋਟਨੀ ਦੇ ਵਿੱਚ। ਤੇ ਉਸ ਦਿਨ ਮੈਂ ਐਜ ਅ ਸਟੇਜ ਜਿਹੜਾ ਕੰਡਕਟ ਕਰ ਰਿਹਾ ਸੀਗਾ, ਜਿਵੇਂ ਹੀ ਸਰਕਾਰ ਪੁਲਿਸ ਵੱਲੋਂ ਇਸ਼ਾਰਾ ਹੁੰਦਾ ਤਾਂ ਮੈਨੂੰ ਸੱਟ ਲਿਆ ਸੀ ਉਹਨਾਂ ਨੇ ਜੀ ਵਿਚਾਲੇ ਤੇ ਮੈਂ ਸਟੇਜ ਕੰਡਕਟ ਕਰ ਰਿਹਾ ਸੀ ਤਾਂ ਮੇਰੇ ਆਲੇ ਦੁਆਲੇ ਚਾਰ ਪੁਲਿਸ ਕਰਮੀ ਸੀਗੇ ਜੀ। ਮੈਂ 70% ਹੈਂਡੀਕੈਪ ਹੈ ਸੱਜੀ ਲੱਤ ਤੋਂ। ਉਹ ਸਾਰੇ ਪੁਲਿਸ ਕਰਮੀਆਂ ਨੂੰ ਪਤਾ ਸੀਗਾ ਕਿਉਂਕਿ ਮੈਂ ਜਿੰਨੇ ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਸਟੇਜ ਕੰਡਕਟ ਹੀ ਮੈਂ ਕਰ ਰਿਹਾ ਸੀ, ਤਾਂ ਇਹ ਨਹੀਂ ਹੋ ਸਕਦਾ ਉਹ ਮੈਨੂੰ ਨਾ ਪਛਾਣਨ। ਬਕਾਇਦਾ ਉਹਨਾਂ ਨੇ ਜਦੋਂ ਹੀ ਲਾਠੀਚਾਰਜ ਸ਼ੁਰੂ ਕੀਤਾ ਮੈਨੂੰ ਵਿਚਾਲੇ ਸੱਟ ਲਿਆ। 4 ਪੁਲਿਸ ਕਰਮੀ ਜਿਹੜੇ ਮੇਰੇ ਆਲੇ ਦੁਆਲੇ ਸੀਗੇ ਜਿਨ੍ਹਾਂ ਨੇ ਮੇਰੇ ਤੇ ਡੰਡੇ ਚਲਾਏ, ਮੇਰੇ ਲੱਤਾਂ ਤੇ, ਮੇਰੇ ਪੁੜਿਆਂ ਤੇ, ਮੇਰੇ ਮੋਢਿਆਂ ਤੇ ਆ ਮੇਰੇ ਜਿਹੜਾ ਮੂੰਹ ਤੇ ਡੰਡਾ ਆਉਂਦਾ ਮੈਂ ਹੱਥ ਮੂਹਰੇ ਕਰਿਆ ਤੇ ਇਹਦੇ ਵਿੱਚ ਮੇਰੇ ਜਿਹੜੇ 2 ਨੌਂ ਨੇ ਉਹ ਉਖੜ ਗਏ ਨੇ ਤੇ ਇੱਕ ਜਿਹੜੀ ਉਂਗਲੀ 'ਚ ਹੇਅਰ ਲਾਈਨ ਫ੍ਰੈਕਚਰ ਹੈ। ਤਾਂ ਇਹ ਜਿਹੜਾ ਤਸ਼ੱਦਦ ਹੈ ਅਸੀਂ ਇਹ ਸਾਡੀ ਆਮ ਆਦਮੀ ਪਾਰਟੀ ਤੋਂ ਝੱਲਿਆ, ਇਹ ਮੀਤ ਹੇਅਰ ਜੀ ਤੋਂ ਝੱਲਿਆ ਜਿਹੜਾ ਸਾਡੇ ਸਾਹਮਣੇ ਅੱਜ ਸੀਐਮ ਸਾਹਿਬ ਆ ਸੁਣ ਲਓ ਤੁਸੀਂ, ਜੇ ਸੁਣ ਰਹੇ ਹੋ ਤਾਂ, ਕਿ ਤੁਸੀਂ ਕਿਹਾ ਸੀ ਕਿ ਧਰਨੇ ਨਹੀਂ ਲੱਗਣਗੇ, ਹੁਣ ਰੁਲਣਗੀਆਂ ਨਹੀਂ ਸਾਡੀਆਂ ਧੀਆਂ, ਤੇ ਯੋਧਾ ਸਿੰਘ ਸਾਹਮਣੇ ਬੈਠੇ ਐ ਆ ਦੱਸ ਰਹੇ ਆਪਦੀ ਆਪ ਬੀਤੀ। ਰਵਨੀਤ ਕੌਰ ਵੀ ਸਾਡੇ ਨਾਲ ਨੇ। ਧੀ ਜਿਹੜੀ ਤੁਸੀਂ ਕਹਿ ਰਹੇ ਸੀ ਰੁਲੂਗੀ ਨਹੀਂ, ਇਸ ਧੀ ਦੀ ਜ਼ੁਬਾਨੀ ਵੀ ਸੁਣ ਲੈਂਦੇ ਆ ਕਿ ਇਹਦੇ ਨਾਲ ਕੀ ਹੋਇਆ। ਤੁਹਾਡੇ ਤੇ ਵੀ ਡਾਂਗਾ ਭਰਾਈਆਂ ਜੀ? ਬਿਲਕੁਲ ਸਰ, ਭਰਾਈਆਂ ਨੇਗੀਆਂ। ਤੇ ਮੈਂ ਤਾਂ ਸਰ ਪਹਿਲੇ ਇੱਕ ਸ਼ੁਰੂਆਤ ਇਸ ਗੱਲ ਤੋਂ ਕਰੂੰਗੀ ਕਿ ਇੱਕ ਪੁਰਾਣਾ ਚੁਟਕਲਾ ਸੁਣਿਆ ਹੋਊਗਾ ਕਿ ਕਿਸੇ ਦੀ ਗਵਾਚੀ ਹੋਵੇ ਕੁਕੜੀ, ਅਗਲਾ ਬਹੁਤ ਛੋਟਾ ਤਰੀਕੇ ਨਾਲ ਬੋਲਦਾ ਹੈ ਕਿ ਜਿਨ੍ਹਾਂ ਦੀ ਗਵਾਚੀ ਹੋਈ ਸੁਣ ਵੀ ਨਾ ਜਾਵੇ। ਤਾਂ ਭਗਵੰਤ ਮਾਨ ਸਾਹਿਬ ਨੇ ਜਿਵੇਂ ਇਹ ਕਹੀ ਕਿ ਕਿਸੇ ਦੀ ਧੀ ਰੁਲੇਗੀ ਨਹੀਂ, ਕਿਸੇ ਦੀ ਧੀ ਦੀਆਂ ਚੁੰਨੀਆਂ ਨਹੀਂ ਫਟਣਗੀਆਂ, ਤਾਂ ਪਿੱਛੋਂ ਬਕਾਇਦਾ ਕਹਿੰਦੇ ਹੋਣਗੇ ਕਿ ਕੈਸਾ ਲੱਗਾ ਮੇਰਾ ਮਜ਼ਾਕ। ਬਿਲਕੁਲ ਇਹ ਬਕਾਇਦਾ ਇਹ ਉਸ ਦਿਨ ਤੁਸੀਂ ਵੀ ਸੀਗੇ? ਬਿਲਕੁਲ ਸਰ, ਮੈਂ ਬਿਲਕੁਲ ਫਰੰਟ ਤੇ ਸੀ ਔਰ ਸਾਡੇ ਨਾਲ ਜਿੰਨੀਆਂ ਜ਼ਿਆਦਾਤਰ ਮੇਰੇ ਖਿਆਲ ਉਸ ਦਿਨ ਕੁੜੀਆਂ ਸੀਗੀਆਂ ਜਾਂ ਮਹਿਲਾਵਾਂ ਸੀਗੀਆਂ ਜਿਨ੍ਹਾਂ ਦੇ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ? ਹਾਂਜੀ ਸਰ, ਅਸੀਂ ਮਹਿਲਾਵਾਂ ਦੀ ਗਿਣਤੀ 'ਚ ਜ਼ਿਆਦਾ ਸੀਗੇ ਸਰ। ਜਦੋਂ ਔਰ ਪ੍ਰੋਟੈਸਟ ਦੇ ਦੌਰਾਨ ਸਾਡੀ ਪੁਲਿਸ ਨਾਲ ਝੜਪ ਹੋਈ ਹੈ ਤਾਂ ਉੱਥੇ ਪੁਲਿਸ ਕਰਮਚਾਰੀਆਂ ਦੇ ਵਿੱਚ ਜਿਹੜੀ ਮਹਿਲਾ ਪੁਲਿਸ ਸੀਗੀ ਸਰ ਉਹ ਬਹੁਤ ਘੱਟ ਸੀ ਔਰ ਜਿਹੜਾ ਸਾਡੇ ਤੇ ਲਾਠੀ ਚਾਰਜ ਵੀ ਹੋਇਆ ਉਹ ਵੀ ਮੇਲ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਔਰ ਬਕਾਇਦਾ ਉਹ ਚੀਜ਼ਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਇੱਕ ਵੀਡੀਓ ਨਜ਼ਰ ਵੀ ਆ ਰਹੀ ਹੈ ਜਿੱਥੇ ਪੁਲਿਸ ਵਾਲਾ ਬਹੁਤ ਵਾਇਰਲ ਹੋਈ ਹੈ। ਉਹ ਮੈਂ ਡਾਕਟਰ ਕਿਰਨ ਨੇ ਸਰ, ਤੇ ਉਹ ਈਵਨ ਕਿ ਨਾਓ ਸ਼ੀ ਇਜ਼ ਐਨ ਅਸਿਸਟੈਂਟ ਪ੍ਰੋਫੈਸਰ ਬਟ ਉਹ KBC ਦੇ ਵਿੱਚ ਵੀ ਜਾ ਕੇ ਆਏ ਨੇ ਸਰ, ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੀ। ਤੇ ਉਹ ਇਹੋ ਜਿਹੇ ਸਾਡੇ ਲਾਇਕ ਪ੍ਰੋਫੈਸਰ ਦੇ ਉੱਤੇ ਸਾਨੂੰ ਡਾਂਗਾ ਨਾਲ ਐਵੇਂ ਕੁੱਟਿਆ ਗਿਆ, ਇੰਨਾ ਤਸ਼ੱਦਦ ਸਾਡੇ ਤੇ ਢਾਇਆ ਗਿਆ। ਸਾਡਾ ਕਸੂਰ ਕੀ ਸੀ ਕਿ ਅਸੀਂ ਸਿਰਫ ਆਪਣੀ ਇੱਕ ਮੰਗ ਰੱਖ ਰਹੇ ਸੀ ਔਰ ਉਹ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਸਰ। ਪਰ ਯੋਧਾ ਜੀ ਤੁਹਾਡਾ ਜਿਵੇਂ ਤੁਸੀਂ ਆਪਣਾ ਬੈਕਗ੍ਰਾਉਂਡ ਦੱਸ ਰਹੇ ਹੋ, ਮੈਂ ਪਹਿਲਾਂ ਵੀ ਕੁਝ ਇੱਕ ਐਸੇ ਜੁਝਾਰੂਆਂ ਨਾਲ ਮਿਲਿਆ ਜਦੋਂ ਪਿਛਲੀ ਸਰਕਾਰ ਵੇਲੇ ਪਿਛਲੇ ਵਿਜੇ ਇੰਦਰ ਸਿੰਗਲਾ ਸਾਹਿਬ ਦੇ ਘਰ ਦੇ ਬਾਹਰ ਲਾਇਆ ਸੀ। ਇਹੋ ਜਿਹੇ ਹਾਲਾਤਾਂ ਚੋਂ ਨਿਕਲ ਕੇ ਆਉਣਾ, ਗੁਰਬਤ ਦੀ ਜ਼ਿੰਦਗੀ ਦੇਖਣੀ ਔਰ ਫਿਰ PhD, ਕਿਉਂਕਿ ਕਿਤਾਬਾਂ ਮਹਿੰਗੀਆਂ, ਪੜ੍ਹਨਾ, ਘਰ ਤੋਂ ਬਾਹਰ ਰਹਿਣਾ, ਖਰਚਾ ਝੱਲਣਾ, ਔਰ ਇੱਥੇ ਆ ਕੇ ਜਦੋਂ ਇਸ ਮੁਕਾਮ ਤੇ ਆ ਕੇ ਇਹ ਸਭ ਫੇਸ ਕਰ ਰਹੇ ਹੋ ਤਾਂ ਉਦੋਂ ਇਹ ਮਹਿਸੂਸ ਹੁੰਦਾ ਕਿ ਯਾਰ ਕਿੱਥੇ ਆ ਗਏ, ਕਿਹੜੇ ਮੁਲਕ 'ਚ ਆ ਗਏ? ਸਰ ਮੈਂ ਥੋੜੀ ਜਿਹੀ ਗੱਲ ਨੂੰ ਇੱਥੋਂ ਸ਼ੁਰੂ ਕਰਦਾ। ਮੈਂ ਅੱਜ ਕੱਲ੍ਹ ਜਦੋਂ ਮਹਿੰਦਰਾ ਕਾਲਜ 'ਚ ਪੜ੍ਹਾਉਣਾ ਤਾਂ ਲਗਭਗ ਮੈਂ BA ਦੀ ਵੀ, BSc ਮੈਡੀਕਲ ਦੀਆਂ, ਨਾਨ ਮੈਡੀਕਲ ਦੀਆਂ ਕਲਾਸਾਂ ਲੈਂਦਾ। ਅੱਜ ਮੇਰੀ ਕਲਾਸ ਸੀਗੀ 10:30 ਵਾਲਾ ਲੈਕਚਰ ਹੁੰਦਾ ਜਿਹੜਾ ਮੇਰਾ, ਮਤਲਬ ਮੈਂ ਉਹਨਾਂ ਨੂੰ ਜਾ ਕੇ ਕਹਿ ਨਹੀਂ ਸਕਦਾ ਸੀ ਵੀ ਤੁਸੀਂ ਹਾਇਰ ਐਜੂਕੇਸ਼ਨ ਅਚੀਵ ਕਰੋ, ਤੁਸੀਂ ਯੂਨੀਵਰਸਿਟੀਆਂ ਜਾਓ, ਤੁਸੀਂ PhD ਕਰੋ, ਤੁਸੀਂ ਰਿਸਰਚ ਪੇਪਰ ਛਾਪੋ। ਮੈਂ ਉਹਨਾਂ ਨੂੰ ਕਿਹੜੇ ਮੂੰਹ ਨਾਲ ਕਹਿ ਸਕਦਾ? ਜਿਹੜੇ ਹੱਥ ਨਾਲ ਮੈਂ ਉਹਨਾਂ ਨੂੰ ਉੱਥੇ ਚੌਕ ਨਾਲ ਲਿਖ ਕੇ ਪੜ੍ਹਾਉਣਾ ਉਹਦਾ ਮੈਂ ਤੋੜੀ ਫਿਰਦਾ, ਉਹਨਾਂ ਨੇ ਮੇਰਾ ਹੱਥ ਡੰਡੇ ਮਾਰ ਤੋੜਤਾ, ਹੈ ਨਾ। ਤਾਂ ਇਹ ਜਿਹੜੀ ਗੁਰਬਤ ਦੀ ਜ਼ਿੰਦਗੀ ਹੈ ਸਾਰੇ ਸਰਕਾਰੀ ਕਾਲਜਾਂ 'ਚ ਜਿਹੜੇ ਪੜ੍ਹਨੇ ਵਾਲੇ ਨੇ ਉਹ ਜਵਾਕ, ਜਦੋਂ ਅਸੀਂ BA ਦੀਆਂ ਕਲਾਸਾਂ ਪੜ੍ਹਾਉਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਵੀ ਇਹ ਬੱਚੇ ਕਿਹੋ ਜਿਹੇ ਨੇ, ਕਿਹੜੇ ਘਰਾਂ ਤੋਂ ਆਏ ਨੇ। ਮੈਂ ਖੁਦ ਉਸ ਬੈਕਗਰਾਊਂਡ 'ਚੋਂ ਆਇਆ। ਮੈਂ ਆਪਦਾ ਤੁਹਾਨੂੰ ਕੁਝ ਤਜਰਬੇ ਜੇ ਦੱਸਾਂ। ਜਦੋਂ ਮੈਂ ਮਹਿੰਦਰਾ ਕਾਲਜ ਪੜ੍ਹਨਾ ਹੁੰਦਾ ਸੀ, ਬੱਸ ਪਾਸ ਦੇ ਨਾਲ ਆਪਣਾ ਖਰਚਾ ਬਚ ਜਾਂਦਾ ਸੀ, ਪਰ ਉਦੋਂ ਨਾ 7 ਰੁਪਏ ਕਿਰਾਇਆ ਹੁੰਦਾ ਸੀ ਆਟੋ ਦਾ, ਤਾਂ ਮੈਂ ਘਰੋਂ 20 ਰੁਪਏ ਲੈ ਕੇ ਚੱਲਦਾ ਸੀ ਡੇਲੀ। ਮੈਨੂੰ ਘਰੋਂ 20 ਰੁਪਏ ਮਿਲਦੇ ਸੀ ਵੀ ਤੇਰੇ 15 ਰੁਪਏ ਕਿਰਾਏ ਦੇ ਨੇ, ਤੇ ਉਹ 5 ਰੁਪਏ ਵੀ ਮੈਂ ਬਚਾ ਕੇ ਰੱਖਦਾ ਸੀ ਵੀ ਉਹ ਮੈਂ ਕੁਝ ਖਾ ਨਾ ਲਵਾਂ ਕਿਉਂਕਿ ਅਗਲੇ ਦਿਨਾਂ 'ਚ ਮੈਨੂੰ ਫੇਰ ਕਿਰਾਏ ਦੀ ਲੋੜ ਪੈਣੀ ਹੈ। ਫਿਰ ਮੈਂ ਯੂਨੀਵਰਸਿਟੀ ਆਇਆ, ਮੇਰਾ ਵੱਡਾ ਭਰਾ ਕਹਿੰਦਾ ਵੀ ਤੂੰ ਅਪ ਡਾਊਨ ਕਰਨਾ ਛੱਡ ਕਿਉਂਕਿ ਸਰ ਮੈਂ ਹੈਂਡੀਕੈਪ ਹੈ। ਬੱਸਾਂ 'ਚ ਚੜ੍ਹਨਾ ਉਤਰਨਾ, ਧੱਕੇ ਖਾਣੇ ਬਹੁਤ ਔਖੀ ਗੱਲ ਹੈ। ਜਦੋਂ ਅਸੀਂ ਬੱਸ ਚੜ੍ਹਦੇ ਹਾਂ ਤਾਂ ਇੰਨੀ ਕੁ ਭੀੜ ਹੁੰਦੀ ਹੈ ਵੀ ਇਹ ਨਹੀਂ ਪਤਾ ਹੁੰਦਾ ਸੀ ਟਾਕੀ 'ਚੋਂ ਥੱਲੇ ਗਿਰ ਜਾਵਾਂ, ਉਦੋਂ ਤੁਹਾਨੂੰ ਕੋਈ ਪੁੱਛੇ ਵੀ ਨਾ। ਤੇ ਬਹੁਤ ਸਾਰੀਆਂ ਘਟਨਾਵਾਂ ਇਹ ਆਈਆਂ ਨੇ ਸਾਡੇ ਨਾਲ, ਸਾਹਮਣੇ ਆਈਆਂ ਨੇ। ਤਾਂ ਮੇਰੇ ਵੱਡੇ ਪਰਿਵਾਰ ਦਾ ਜੀ ਗਵਾਇਆ ਇਹ ਘਟਨਾਵਾਂ ਲੱਗਿਆ ਮੁਕਤਸਰ, ਤੇ ਉਹ ਹੱਥ ਛੁੱਟਿਆ ਤੇ ਬੱਸ ਤੋਂ ਥੱਲੇ ਗਿਰ ਗਿਆ। ਸਰ ਮੈਂ ਇੱਕ ਵਾਰ ਚਹਿਲ, ਮੇਰਾ ਭਾਸੋ ਦਾ ਬੱਸ ਅੱਡਾ ਪੈਂਦਾ, ਤੇ ਮੈਂ ਬੱਸ 'ਚੋਂ ਮੈਂ ਉਤਰਦੇ ਲੇਟ ਹੋ ਗਿਆ। ਉਹ ਬੱਸ ਅੱਡੇ ਤੋਂ ਗਾਹਾਂ ਚੱਲ ਪਈ ਚਹਿਲ ਵਾਲੇ ਰਸਤੇ। ਮੈਂ ਉਹਨਾਂ ਨੂੰ ਕਿਹਾ ਵੀ ਰੋਕ ਲਓ ਮੈਂ ਉਤਰਨਾ। ਉਹਨਾਂ ਨੇ ਮਤਲਬ ਜਿੰਨੀ ਕੁ ਹੌਲੀ ਕਰ ਸਕਦੇ ਸੀ ਮੈਂ ਕਰੀ। ਮੈਂ ਉਤਰਦਾ ਡਿੱਗ ਗਿਆ ਤੇ ਮੇਰੇ ਸੱਟ ਵੀ ਲੱਗੀ।
ਫਿਰ ਮੇਰੇ ਪਰਿਵਾਰ ਨੇ ਕਿਹਾ ਵੀ ਕੋਈ ਨਾ, ਮੇਰੇ ਭਰਾ ਨੇ ਕਿਹਾ ਵੀ ਖਰਚਾ ਚੱਕ ਲਾਂਗੇ, ਤੂੰ ਹੁਣ ਹੋਸਟਲ 'ਚ ਰਹਿ ਲੈ। ਮੈਂ ਯੂਨੀਵਰਸਿਟੀ ਹੋਸਟਲ 'ਚ ਰਿਹਾ। ਮੈਂ ਸਰ ਆਪਦੇ ਮੈਸ ਦੀਆਂ ਡਾਈਟਾਂ ਛੱਡ ਕੇ ਆਪਦਾ ਖਰਚਾ ਜਿਹੜਾ ਮੈਸ ਦਾ ਬਿੱਲ ਬਣਦਾ ਉਹ ਬਚਾਇਆ ਵੀ ਜੇ ਤਾਂ ਕਿ ਤੁਹਾਡੀ ਇੱਕ ਦਿਨ ਤੁਸੀਂ ਆਪਦਾ ਅੰਗੂਠਾ ਤੜਾ ਸਕੋ। ਬਿਲਕੁਲ ਸਰ। ਅੱਜ ਜਦੋਂ ਅਸੀਂ ਇੱਕ ਦਿਨ ਆਊਗਾ ਜਦੋਂ ਤੁਹਾਨੂੰ ਰਿਵਾਰਡ ਮਿਲੂਗਾ, ਸਰਕਾਰ ਤੁਹਾਡੇ ਤੇ ਮਿਹਰਬਾਨ ਹੋਊਗੀ, ਤੁਹਾਡੀਆਂ ਲੱਤਾਂ ਬਾਹਾਂ ਤੋੜੀਆਂ ਜਾਣਗੀਆਂ, ਤੁਹਾਡੇ ਨਾਂ ਲਾ ਦਿੱਤੇ ਜਾਣਗੇ। ਹਰਪ੍ਰੀਤ ਸਿੰਘ ਜੀ, ਤੁਸੀਂ ਆਪਣੇ ਬਾਰੇ ਦੱਸੋ ਕਿ ਤੁਹਾਡਾ ਲਾਈਫ ਕਿਵੇਂ ਰਹੀ ਔਰ ਇੱਥੋਂ ਤੱਕ ਪਹੁੰਚ ਕੇ ਔਰ ਅੱਜ ਡਾਂਗਾ ਖਾਣ ਲਈ ਮਜਬੂਰ ਹੋਏ। ਮੈਂ ਬੇਸਿਕਲੀ ਮਲੋਟ ਤੋਂ ਹਾਂ ਜੀ। ਸੋ ਮੇਰੇ ਫਾਦਰ ਸਾਹਿਬ ਬਹੁਤ ਛੋਟੇ ਹੁੰਦੇ ਗੁਜ਼ਰ ਗਏ ਸੀ, ਤੇ ਮੈਨੂੰ ਪਤਾ ਵੀ ਸਾਡੀ ਜਿਹੜੀ ਮਾਤਾ ਜੀ ਨੇ ਉਹਨੇ ਸਾਨੂੰ ਕਿਵੇਂ ਪੜ੍ਹਾਇਆ ਹੈਗਾ। ਅਸੀਂ 2 ਬ੍ਰਦਰ ਹਾਂ ਜੀ, 2 ਸਿਸਟਰ ਨੇ। ਸੋ ਮੇਰੀ ਮਾਤਾ ਜੀ ਨੇ ਇਹੀ ਕਿਹਾ ਸੀ ਵੀ ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਕਰਕੇ ਤੁਹਾਨੂੰ ਜੇਲ੍ਹ ਜਾਣਾ ਪਵੇ ਜਾਂ ਤੁਹਾਨੂੰ ਵੀ ਬਦਨਾਮੀ ਹੋਵੇ ਆਪਣੇ ਪਿੰਡ ਦੇ ਵਿੱਚ। ਪਰ ਮੈਂ ਪਰਸੋਂ 19 ਤਰੀਕ ਨੂੰ ਪਹਿਲੀ ਵਾਰੀ ਜੇਲ੍ਹ ਗਿਆ ਜੀ, ਪਹਿਲੀ ਵਾਰੀ ਅਰੈਸਟ ਹੋਇਆ, ਤੇ ਸਾਨੂੰ ਰਾਤ ਨੂੰ 12 ਵਜੇ ਤੱਕ ਸਾਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਔਰ ਕਾਰਨ ਕੀ ਸੀ, ਕਸੂਰ ਕੀ ਸੀਗਾ ਕਿ ਮੈਂ ਮਾਸਟਰਸ ਕਰ ਲਈ ਜੀ। ਉਸ ਤੋਂ ਬਾਅਦ ਇੱਕ ਨੈਟ ਦਾ ਪੇਪਰ ਹੁੰਦਾ, ਮੈਂ ਨੈਟ ਦੇ ਵਿੱਚ ਕੁਆਲੀਫਾਈ ਕਰ ਗਿਆ। ਉਸ ਤੋਂ ਬਾਅਦ ਜਿਹੜਾ ਭਰਤੀ ਦਾ ਪੇਪਰ ਹੋਇਆ ਸੀ, ਪੂਰੇ ਪੰਜਾਬ ਦੇ ਵਿੱਚ ਜਨਰਲ ਕੈਟੇਗਰੀ ਦੇ ਵਿੱਚ ਸਿਰਫ 11 ਪੋਸਟਾਂ ਸੀ ਜੀ। ਔਰ ਮੈਂ ਔਰ ਜੋਧਾ ਜੀ ਮੇਰੇ ਪੁਰਾਣੇ ਦੋਸਤ ਨੇ, ਅਸੀਂ ਦੋਨੋਂ ਇਕੱਠੇ ਘਰੇ ਬਹਿ ਕੇ 16 17 ਘੰਟੇ ਪੜ੍ਹੇ ਆ। ਔਰ ਮੇਰਾ 2nd ਰੈਂਕ ਆਇਆ ਸੀ ਪੂਰੇ ਪੰਜਾਬ ਦੇ ਵਿੱਚੋਂ। ਸੋ ਇਹ ਮੇਰੀ ਗਲਤੀ ਹੈ ਜੀ, ਜਿਹਦੇ ਕਰਕੇ ਮੈਨੂੰ ਪੁਲਿਸ ਸਟੇਸ਼ਨ ਦੇ ਵਿੱਚ ਰੁਲਣਾ ਪਿਆ 12 ਵਜੇ ਤੱਕ। ਜਲੀਲ ਕੀਤਾ, ਬਿਲਕੁਲ ਜਲੀਲ ਕੀਤਾ ਜੀ। ਪੁਲਿਸ ਸਟੇਸ਼ਨ ਰੁਲਣਾ ਪਿਆ, ਸੜਕਾਂ ਦੇ ਧੱਕੇ ਖਾਣੇ ਪਏ। ਸੋ ਸਾਡਾ ਸਭ ਤੋਂ ਵੱਡਾ ਕਸੂਰ, ਜਿੰਨੇ ਵੀ ਇੱਥੇ ਬੈਠੇ ਨੇ ਜਾਂ ਜਿੰਨੇ ਵੀ ਸਾਡੇ ਸਾਥੀ ਨੇ, ਮੈਂ ਜਿਹੜੀ ਅਗਲੀ ਪੀੜ੍ਹੀ ਹੈ, ਜਿਹੜੀ ਅਗਲੀ ਜਨਰੇਸ਼ਨ ਹੈ, ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਉਚੇਰੀ ਸਿੱਖਿਆ ਵੱਲ ਤੋਂ ਜਿਹੜਾ ਤੁਹਾਡਾ ਰੁਖ ਹੈ ਉਹਨੂੰ ਤੁਸੀਂ ਦੁਬਾਰਾ ਰੀਥਿੰਕ ਕਰੋ, ਕਿਉਂਕਿ ਵੱਧ ਪੜ੍ਹ ਲਿਖ ਕੇ PhDਆਂ ਕਰਕੇ ਸੜਕਾਂ ਦੇ ਧੱਕੇ ਖਾਣ ਨਾਲੋਂ ਚੰਗਾ ਹੈ ਵੀ ਤੁਸੀਂ ਕਿਸੇ ਹੋਰ ਪਾਸੇ ਕਿਸੇ ਹੋਰ ਕਿੱਤੇ ਨੂੰ ਅਪਣਾ ਲਓ। ਤੁਸੀਂ ਦੱਸ ਰਹੇ ਸੀਗੇ ਕਿ ਫੋਨ ਕਰਕੇ ਤੁਹਾਨੂੰ ਕਿਹਾ ਵੀ ਘਰਾਂ 'ਚ ਫੋਨ ਕਰਕੇ ਕਹੋ ਅਸੀਂ ਠੀਕ ਹਾਂ। ਹਾਂਜੀ ਸਰ, ਸਾਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅਸੀਂ ਤੁਹਾਨੂੰ ਸਿਰਫ ਸਾਡਾ ਇੱਕ ਰਿਕਾਰਡ ਰੱਖਣਾ ਕਿ ਅਸੀਂ ਇਹ ਕੈਂਡੀਡੇਟ ਫੜੇ ਨੇ, ਤੇ ਇਹ ਤੋਂ ਬਾਅਦ ਅਸੀਂ ਤੁਹਾਨੂੰ ਰਿਹਾ ਕਰ ਦਾਂਗੇ। ਅਸੀਂ ਸਰ ਬਿਲਕੁਲ ਟਰਸਟ ਕਰਕੇ ਚੀਜ਼ਾਂ ਜਿਵੇਂ ਸ਼ੁਰੂ ਕੀਤੀਆਂ, ਤਾਂ ਉਹਨਾਂ ਨੇ ਸਾਨੂੰ ਕੀ ਕਿਹਾ ਕਿ ਇਸ ਤੋਂ ਬਾਅਦ ਤੁਹਾਡਾ ਬਕਾਇਦਾ ਪ੍ਰੋਪਰ ਪਤਾ ਲਿਖਵਾਇਆ ਸਰ। ਉਹਨਾਂ ਨੇ ਸਾਡੇ ਹਾਊਸ ਨੰਬਰ ਤੱਕ ਲਿਖਵਾਏ ਔਰ ਫਿਰ ਕਿਹਾ ਕਿ ਸਾਡੇ ਨੰਬਰ ਤੋਂ ਤੁਸੀਂ ਘਰੇ ਫੋਨ ਕਰਕੇ ਇਹ ਕਹੋ ਕਿ ਅਸੀਂ ਠੀਕ ਹਾਂ ਔਰ ਇਸ ਤੋਂ ਬਾਅਦ ਸਾਨੂੰ ਰਿਹਾ ਕਰ ਦੇਣਗੇ। ਪਰ ਕਦੇ ਪਰਿਵਾਰ ਜਾਂ ਫੈਮਿਲੀ ਤੁਹਾਨੂੰ ਕਹਿੰਦਾ ਨਹੀਂ ਕਿ ਠੀਕ ਹੈ ਕੁਝ ਹੋਰ ਕਰ ਲਓ, ਹੁਣ ਛੱਡ ਦਿਓ, ਇਹ ਹੌਸਲਾ ਨਹੀਂ ਟੁੱਟਦਾ ਕਦੇ? ਨਹੀਂ ਸਰ, ਮੈਂ ਇਹ ਵੀ ਦੱਸਦੀ ਹਾਂ ਜਿਵੇਂ ਬਾਕੀ ਸਾਰੇ ਸਾਥੀਆਂ ਨੇ ਸਰ ਬੈਕਗ੍ਰਾਉਂਡ ਦੱਸਿਆ ਆਪਣਾ। ਸਰ ਮੈਂ ਵੀ ਬਹੁਤ ਠੀਕ ਠਾਕ ਫੈਮਿਲੀ ਚੋਂ ਹਾਂ ਸਰ, ਤੇ 6 ਸਾਲ ਪਹਿਲਾਂ ਸਰ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਔਰ ਉਸੇ ਦਿਨ ਸਰ ਮੇਰੇ MPhil ਦਾ ਐਂਟਰੈਂਸ ਟੈਸਟ ਸੀ ਔਰ ਸ਼ਾਮ ਨੂੰ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ। ਭੋਗ ਵਾਲੇ ਦਿਨ ਸਰ ਜਿਵੇਂ ਹੈਲਪ ਦੇ ਤੌਰ ਤੇ ਹੀ ਵਾਸ ਰੈਵਨਿਊ ਪਟਵਾਰੀ, ਔਰ ਉਹਨਾਂ ਦੇ ਹੈਲਪ ਦੇ ਤੌਰ ਤੇ ਜਿਹੜੇ ਮਤਲਬ ਉਹਨਾਂ ਦੇ ਸਾਥੀ ਸੀ ਉਹ ਸਾਨੂੰ 50,000 ਰੁਪਇਆ ਦੇ ਕੇ ਜਾਂਦੇ ਨੇ ਔਰ ਉਹਦੇ ਵਿੱਚੋਂ ਮੇਰੇ ਮਦਰ ਮੈਨੂੰ 10,000 ਰੁਪਇਆ ਦਿੰਦੇ ਨੇ ਕਿ ਚੱਲ ਪੁੱਤ ਤੇਰਾ ਪੇਪਰ ਕਲੀਅਰ ਹੋ ਗਿਆ। ਸਰ ਆਈ ਵਾਸ ਰੈਂਕਡ ਤੇ 3ਜਾ ਰੈਂਕ ਸੀ ਸਰ ਮੇਰਾ ਉਸ ਐਂਟਰੈਂਸ ਦੇ ਵਿੱਚੋਂ, ਜਦ ਕਿ ਮੇਰੇ ਉਸ ਟਾਈਮ ਕੋਈ ਤਿਆਰੀ ਨਹੀਂ ਸੀ, ਘਰ ਦੇ ਹਾਲਾਤ ਐਵੇਂ ਦੇ ਸੀ। ਤੇ ਉਹਦੇ ਵਿੱਚੋਂ ਮੇਰੀ ਮੰਮੀ ਨੇ ਮੈਨੂੰ 10,000 ਰੁਪਇਆ ਦਿੱਤਾ ਕਿ ਚੱਲ ਬੇਟਾ ਫੀਸ ਭਰ ਦੇ। ਇੱਕ ਸਮੈਸਟਰ ਨਿਕਲਦਾ ਸਰ ਔਰ ਘਰ ਦੇ ਹਾਲਾਤ ਐਵੇਂ ਦੇ ਹੋ ਗਏ ਕਿ ਮੇਰੇ ਮਾਤਾ ਜੀ ਮੈਨੂੰ ਖੁਦ ਕਹਿੰਦੇ ਨੇ ਪੁੱਤ ਛੱਡ ਦੇ, ਕੋਈ ਨਾ ਫੇਰ ਹੋ ਜਾਏਗਾ, ਕਿ ਅਸੀਂ ਦੇ ਨਹੀਂ ਸਕਦੇ ਫੀਸ। ਫਿਰ ਮੇਰੀਆਂ ਸਿਸਟਰਸ ਨੇ ਸਰ, ਆਪਣੀਆਂ 2 ਮੇਰੀਆਂ ਸਿਸਟਰਸ ਨੇ ਮੇਥੋਂ ਵੱਡੀਆਂ, ਇੱਕ ਦੀ ਡੈਥ ਹੋ ਗਈ। ਉਹਨਾਂ ਨੇ ਸਰ ਪ੍ਰਾਈਵੇਟ ਜੌਬ ਕੀਤੀ, 2-2 ਹਜ਼ਾਰ 2500 ਤੇ ਉਹਨਾਂ ਨੇ ਕਮਾਈ ਕੀਤੀ ਔਰ ਮੇਰੀਆਂ ਫੀਸਾਂ ਭਰੀਆਂ ਤਾਂ ਕਿ ਚਲੋ ਇੱਕ ਬੱਚਾ ਸੈੱਟ ਹੋ ਜਾਏਗਾ ਤੇ ਇਹ ਅੱਗੇ ਨਿਕਲ ਜਾਏਗੀ, ਚਲੋ ਸਾਰਾ ਪਰਿਵਾਰ ਸੈੱਟ ਹੋ ਜਾਏਗਾ। ਪਰ ਅੱਜ ਜਦੋਂ ਮੈਂ ਇਹ ਸਾਰੀ ਚੀਜ਼ਾਂ ਦੇ ਸਰ, ਇੱਕ ਮੇਰੀ ਸਿਸਟਰ ਦੀ ਇਸੇ ਡਿਪਰੈਸ਼ਨ ਦੇ ਦੌਰਾਨ ਡੈਥ ਵੀ ਹੋ ਗਈ। ਡਿਪਰੈਸ਼ਨ ਕਰਕੇ ਉਹਦੀ ਡੈਥ ਹੋਈ 2 ਸਾਲ ਪਹਿਲਾਂ, ਕਿਉਂਕਿ ਉਹ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ, ਉਹ ਵੀ ਲੱਗਣਾ ਚਾਹੁੰਦੀ ਸੀ, ਸਿਰਫ ਮੈਨੂੰ ਸਪੋਰਟ ਕਰਦੇ ਉਹਨੇ ਆਪਣਾ ਸਾਰਾ ਕੁਝ ਛੱਡ ਦਿੱਤਾ। ਤਾਂ ਇਹੋ ਜਿਹੇ ਫੈਮਿਲੀ 'ਚੋਂ ਅਸੀਂ ਉੱਠੇ ਹੋਏ ਹਾਂ ਸਰ, ਸਾਨੂੰ ਪਤਾ ਸੀ ਆਪਣੀਆਂ ਫੀਸਾਂ ਕਿਵੇਂ ਭਰਦੇ ਰਹੇ ਹਾਂ, ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਸਿਰਫ ਆਪਣੀ ਪੜ੍ਹਾਈ ਨੂੰ ਮੋਟਿਵ ਰੱਖਿਆ ਕਿ ਅਸੀਂ ਕੁਛ ਨਾ ਕੁਛ ਲੱਗ ਜਾਾਂਗੇ। ਜਿਵੇਂ ਸਰ ਇਸ 3 ਦਸੰਬਰ ਦਾ ਦਿਨ ਸਰ ਸਾਡੇ ਘਰ ਦੇ ਵਿੱਚ 6 ਸਾਲਾਂ ਬਾਅਦ ਬਹੁਤ ਖੁਸ਼ੀ ਵਾਲਾ ਦਿਨ ਸੀ ਕਿ ਸਾਡੀ ਕੁੜੀ ਲੱਗ ਗਈ, ਨੌਕਰੀ ਲੱਗ ਗਈ। ਹਾਂਜੀ, ਔਰ ਉਸ ਤੋਂ ਬਾਅਦ ਸਰ ਸਾਨੂੰ ਪਤਾ ਕਿ ਹੁਣ ਜਿਵੇਂ ਅਸੀਂ ਜਿਵੇਂ ਕਹਿੰਦੇ ਸਰ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਜੇਲ੍ਹਾਂ 'ਚ ਬੈਠੀਆਂ ਹੋਣ। ਡਾਕਟਰ ਰਾਏ ਬਹਾਦਰ ਆ ਰਹੇ ਹਾਂ ਤੁਹਾਡੇ ਵੱਲ। ਡਾਕਟਰ ਸਹਿਲ, ਇਹ ਇੱਕ ਸੋਸਾਇਟੀ ਪ੍ਰੈਸ਼ਰ ਔਰ ਫਿਰ ਫਾਈਨੈਂਸ਼ੀਅਲ ਕੰਡੀਸ਼ਨ ਉਸ ਤਰ੍ਹਾਂ ਦੀ, ਜਾਂ ਤੁਸੀਂ ਇੱਕ ਕਿਉਂਕਿ ਤੁਸੀਂ PhDਆਂ ਕਰਦੇ ਹੋ, ਹਾਇਰ ਐਜੂਕੇਸ਼ਨ ਤਾਲੀਮ ਹਾਸਲ ਕਰਦੇ ਹੋ, ਉਮਰ ਵੀ ਬੰਦੇ ਦੀ ਉਨੀ ਹੋ ਜਾਂਦੀ ਜਿੱਥੇ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਣ ਔਰ ਸੋਸਾਇਟੀ ਉਸ ਤਰੀਕੇ ਨਾਲ ਤੁਹਾਡੇ ਬਰਾਬਰ ਤੇ ਵੱਧ ਰਹੀ ਹੈ। ਇਹ ਇੱਕ ਮੈਂਟਲ ਪ੍ਰੈਸ਼ਰ ਵੀ ਹੈ ਕਿ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਅੱਗੇ ਕਿਵੇਂ ਵਧਾਉਣਾ ਹੈ ਕਿ ਹੁਣ ਜਿਹੜੇ ਤੁਹਾਡੇ ਨਾਲ ਦੇ ਹੋਣਗੇ ਸ਼ਾਇਦ ਉਹਨਾਂ ਨੇ 10-10 ਸਾਲ ਪਹਿਲਾਂ ਕਰੀਅਰ ਸ਼ੁਰੂ ਕਰ ਲਏ ਹੋਣੇ ਆਪਣੇ ਔਰ ਉਹ ਬਹੁਤ ਸੈਟਲਡ ਬੈਠੇ ਹੋਣੇ। ਜੀ ਬਿਲਕੁਲ ਸਰ, ਮੈਂ ਆਪਣੇ ਬਾਰੇ ਦੱਸਾਂ ਤਾਂ ਮੇਰੀ ਉਮਰ ਕਾफ़ੀ ਹੋ ਚੁੱਕੀ ਹੈ ਜੀ, ਅਤੇ ਜਿਵੇਂ ਬਾਕੀ ਮੇਰੇ ਸਾਥੀਆਂ ਨੇ ਦੱਸਿਆ
ਮੈਂ ਵੀ ਇਹੋ ਜਿਹੇ ਹਾਲਾਤਾਂ ਚੋਂ ਪੜ੍ਹ ਕੇ ਆਇਆ ਜੀ ਕਿ ਜਦੋਂ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਤਾਂ ਸਾਡੇ ਘਰ ਦੇ ਵਿੱਚ ਮਤਲਬ ਜੁੱਤੀ ਲੈਣ ਲਈ ਪੈਸੇ ਨਹੀਂ ਹੁੰਦੇ ਸੀ ਜੀ, ਤੇ ਮੈਂ ਸੌਰੀ ਕੋਈ ਗੱਲ ਨਹੀਂ, ਤੁਸੀਂ ਗੱਲ ਰੱਖੋ ਆਪਣੀ। ਤੁਸੀਂ ਕੰਟੀਨਿਊ ਕਰ ਲਓ ਬਾਅਦ 'ਚ। ਡਾਕਟਰ ਸਹੇਲ ਤੁਹਾਡੇ ਵੱਲ ਆ ਰਹੇ ਆ, ਇਹ ਜਜ਼ਬਾਤ ਜਿਹੜੇ ਨੇ ਮੈਂ ਸਮਝ ਸਕਦਾ। ਔਰ ਡਾਕਟਰ ਰਾਏ ਬਹਾਦਰ, ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਇਹ ਦਿਨ ਦੇਖਣੇ ਪੈ ਰਹੇ ਆ ਕਿ ਤੁਹਾਡੇ ਵਰਗੇ ਕਾਬਲ ਲੋਕ ਇੱਕ ਨੈਸ਼ਨਲ ਟੀਵੀ ਦੇ ਉੱਤੇ ਇਸ ਤਰੀਕੇ ਨਾਲ ਉਹ ਅੱਖਾਂ ਭਰੇ ਆਉਂਦੇ। ਸਰਕਾਰ ਦਾ ਜੇ ਕੋਈ ਨੁਮਾਇੰਦਾ ਇਹ ਦੇਖ ਰਿਹਾ ਤਾਂ ਥੋੜਾ ਜਿਹਾ ਪਾਣੀ ਲਓ ਤੇ ਡੁੱਬ ਮਰੋ ਉਹਦੇ ਵਿੱਚ, ਕਿਉਂਕਿ ਤੁਸੀਂ ਇੰਨਾ ਕਾਬਲ, ਇਹ 6 ਉਹ ਵਿਅਕਤੀ ਮੇਰੇ ਕੋਲੇ ਇਸ ਟਾਈਮ 5 ਬੈਠੇ ਨੇ ਜੋ ਆਪਣੇ ਹਾਲਾਤਾਂ ਨਾਲ ਲੜ ਕੇ ਜ਼ਿੰਦਗੀ ਨੂੰ ਇੱਥੋਂ ਤੱਕ ਲੈ ਕੇ ਆਏ, ਔਰ ਤੁਸੀਂ ਇਹਨਾਂ ਤੇ ਡਾਂਗਾ ਭਰਾਉਂਦੇ। ਡਾਕਟਰ ਸਾਹਿਬ ਬਾਰੇ ਥੋੜਾ ਜਿਹਾ ਮੈਂ ਦੱਸ ਦਿੰਦਾ ਜੀ। ਇਹ ਜਿਹੜੇ ਪਰਿਵਾਰ ਚੋਂ ਆਉਂਦੇ ਨੇ, ਇੱਕ ਵਾਰ ਇਹਨਾਂ ਨੂੰ ਐਜੂਕੇਸ਼ਨ ਵੀ ਛੱਡਣੀ ਪਈ। ਪਲੰਬਿੰਗ ਇਹਨਾਂ ਨੇ ਕਰਕੇ, ਇਲੈਕਟ੍ਰੀਸ਼ੀਅਨ ਦਾ ਕੰਮ ਕਰਕੇ ਇਹਨਾਂ ਨੇ ਆਪਣੀ ਐਜੂਕੇਸ਼ਨ ਖੁਦ ਫਾਈਨਾਂਸ ਕੀਤੀ ਹੈ। ਜਦੋਂ ਇਹ ਭਰਤੀ ਦੇ ਵਿੱਚ ਚੁਣੇ ਗਏ ਨੇ, ਇਹਨਾਂ ਦੇ ਪੜ੍ਹਾਏ ਹੋਏ 2 ਸਟੂਡੈਂਟਸ ਇਸ ਭਰਤੀ ਦੇ ਵਿੱਚ ਚੁਣੇ ਗਏ ਨੇ, ਨਾਲ ਚੁਣੇ। ਇਸ ਤੋਂ ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਾ ਚੁੱਕੇ ਨੇ। ਇਸ ਤੋਂ ਪਹਿਲਾਂ ਇਹ ਪੰਜਾਬ ਦਾ ਜਿਹੜਾ ਪਹਿਲਾ ਆਟੋਨੋਮਸ ਕਾਲਜ ਸੀਗਾ, ਮਾਤਾ ਗੁਜਰੀ ਕਾਲਜ, ਉੱਥੇ ਪੜ੍ਹਾ ਚੁੱਕੇ ਨੇ। ਤੇ ਇਹ ਭਰਤੀ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਇਹ ਆਪਣੀ ਜੌਬ ਤੋਂ ਰਿਜ਼ਾਈਨ ਕਰਕੇ ਆਏ ਨੇ। ਸਰਕਾਰ ਸਾਡੀਆਂ ਐਗਜ਼ਾਮਪਲਸ ਦੇ ਥਰੂ ਇਹ ਦੱਸਣਾ ਚਾਹੁੰਦੀ ਹੈਗੀ ਆ ਵੀ ਲੋਕ ਇਹਦੇ ਵਿੱਚ ਨਾ ਹਨ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਇੱਕ ਸਰਕਾਰੀ ਸਕੂਲ ਤੋਂ ਪੜ੍ਹਿਆ ਹੋਇਆ, ਟਾਟਾਂ ਤੇ ਬੈਠ ਕੇ ਪੜ੍ਹੇ ਹੋਇਆ। 10ਵੀਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਰਿਟ ਦੇ ਵਿੱਚ ਆਉਂਦਾ ਹਾਂ। ਮੇਰਾ ਸਕੂਲ 1924 ਦਾ ਸੀਗਾ, ਮੈਂ ਪਹਿਲਾ ਸਟੂਡੈਂਟ ਸੀਗਾ ਜਿਹੜਾ ਉਹਦੇ ਵਿੱਚ ਮੈਰਿਟ ਦੇ ਵਿੱਚ ਆਇਆ ਸੀਗਾ, ਤੇ ਮੇਰੇ ਨਾਮ ਤੇ ਛੁੱਟੀ ਹੋਈ ਸੀਗੀ ਸਕੂਲ ਦੇ ਵਿੱਚ। +2 ਦੇ ਵਿੱਚ ਪੰਜਾਬ ਦੇ ਵਿੱਚ ਆਰਟਸ ਦੇ ਵਿੱਚ ਮੈਂ ਟੌਪ ਕੀਤਾ। ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਲਈ ਜਦੋਂ ਮੈਂ ਚੰਡੀਗੜ੍ਹ ਜਾਂਦਾ ਹਾਂ, ਪੋਸਟ ਗ੍ਰੈਜੂਏਸ਼ਨ ਦੇ ਵਿੱਚ ਕਰਦੇ ਹੋਏ ਮੈਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਜਿਹੜਾ ਨੈਟ ਦਾ ਪੇਪਰ ਹੈ, ਉਹ ਫਸਟ ਅਟੈਂਪਟ ਦੇ ਵਿੱਚ MA ਦੇ ਵਿੱਚ ਹੀ ਆਲ ਇੰਡੀਆ ਟੌਪ ਕਰਦਾ ਹਾਂ। PhD ਦੇ ਵਿੱਚ ਜਦੋਂ ਮੈਂ ਐਡਮਿਸ਼ਨ ਲੈਂਦਾ ਹਾਂ ਤਾਂ ਮੈਨੂੰ ਅਮਰੀਕਨ ਸੁਸਾਇਟੀ ਫਾਰ ਪਬਲਿਕ ਐਡਮਿਨਿਸਟ੍ਰੇਸ਼ਨ USA ਆਪਣਾ ਫਾਊਂਡਰ ਫੈਲੋ ਚੁਣਦੀ ਹੈ, ਤੇ ਮੈਨੂੰ ਉਸ ਦੇ ਕਾਰਨ ਉਹ USA ਬੁਲਾਉਂਦੀ ਹੈ। ਇਸ ਤੋਂ ਬਾਅਦ ਮੈਨੂੰ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਕੈਨੇਡਾ ਦਾ, ਉਹ ਮੈਨੂੰ ਫੈਲੋਸ਼ਿਪ ਤੇ ਕੈਨੇਡਾ ਬੁਲਾਉਂਦਾ ਹੈ। ਲੀ ਕੁਆਨ ਯੂ ਸਕੂਲ ਆਫ ਪਬਲਿਕ ਪਾਲਿਸੀ, ਜਿਹਦਾ ਇਹ ਸਾਰੇ ਬਿਊਰੋਕਰੇਟਸ ਬੜੇ ਚੰਗੇ ਤਰੀਕੇ ਨਾਲ ਵਾਕਿਫ ਹੋਣਗੇ, ਯੂਨੀਵਰਸਿਟੀ ਆਫ ਸਿੰਗਾਪੁਰ ਦਾ ਸਕੂਲ ਹੈਗਾ, ਜਿੱਥੇ ਇਹਨਾਂ ਨੂੰ ਬਾਕਾਇਦਾ ਤੌਰ ਤੇ ਪਬਲਿਕ ਪਾਲਿਸੀ ਦੇ ਵਿੱਚ ਐਕਸਪਰਟੀਜ਼ ਪੈਦਾ ਕਰਨ ਲਈ ਕਿਹਾ ਜਾਂਦਾ। ਉਸ ਵੱਲੋਂ ਮੈਨੂੰ ਏਸ਼ੀਅਨ ਸਕਾਲਰ ਗ੍ਰਾਂਟ ਜਿਹੜੀ ਹੈਗੀ ਦਿੱਤੀ ਜਾਂਦੀ ਹੈ। ਮੈਂ ਸਿੰਗਾਪੁਰ ਜਾਂਦਾ ਹਾਂ, ਚਾਈਨਾ 2 ਵਾਰ ਜਾ ਚੁੱਕਿਆ ਹਾਂ, ਸਾਊਥ ਅਫਰੀਕਾ 2 ਵਾਰ ਜਾ ਚੁੱਕਿਆ ਹਾਂ। ਤੇ ਇਸ ਤੋਂ ਉਸ ਵੇਲੇ ਅਖਬਾਰਾਂ ਦੇ ਵਿੱਚ ਚਰਚੇ ਹੁੰਦੇ ਸੀਗੇ। ਜਿੱਥੋਂ ਮੈਂ ਆਉਂਦਾ ਸੀਗਾ, ਬਾਕਾਇਦਾ ਤੌਰ ਤੇ ਉੱਥੇ ਦੇਖਿਆ ਜਾਂਦਾ ਸੀਗਾ ਕਿ ਬੰਨਾ ਹੈ ਤਾਂ ਇਹਦੇ ਬੱਚੇ ਵਰਗਾ ਬਣੋ। ਜਿਸ ਤਰੀਕੇ ਨਾਲ ਇਹਨੇ ਇੱਕ ਸ਼ੁਰੂਆਤ ਤੋਂ ਜਿਹੜੇ ਸਕੂਲ ਤੋਂ ਕੀਤੀ ਹੈ, ਤੇ ਅੱਜ ਕਿੱਥੇ ਹੈਗਾ। ਹੁਣ ਹਵਾਲਾਤ ਵੀ ਜਾਇਆ। ਉਸ ਤੋਂ ਬਾਅਦ ਪੋਸਟ ਡਾਕ ਕਰਦਾ ਹਾਂ, PhD ਤੇ ਵੀ ਗੱਲ ਖਤਮ ਨਹੀਂ ਹੁੰਦੀ, ਪੋਸਟ ਡਾਕ ਕਰਦਾ। ਉਸੇ ਤੇ ਆ ਰਿਹਾ ਸੀਗਾ। ਪੋਸਟ ਡਾਕਟਰੇਟ ਮੇਰੀ ਯੂਨੀਵਰਸਿਟੀ ਆਫ ਕੈਂਬਰਿਜ UK ਦੇ ਨਾਲ ਰਹਿੰਦੀ ਹੈ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪੋਸਟ ਡਾਕ ਪਤਾ ਨਹੀਂ ਹੋਣਾ, ਦੱਸ ਦਿਓ ਤੁਸੀਂ ਇਹਦੇ ਬਾਰੇ ਵੀ ਕਿ ਤੁਸੀਂ। PhD ਤੋਂ ਬਾਅਦ ਦੀ ਰਿਸਰਚ ਹੁੰਦੀ ਹੈ ਜੀ, PhD ਤੋਂ ਬਾਅਦ ਦੀ ਰਿਸਰਚ, ਤੇ ਉਸ ਦੇ ਵਿੱਚ ਮੈਂ ਆਪਣਾ ਸਮਾਂ ਲਗਾਉਂਦਾ ਹਾਂ। ਉਸ ਤੋਂ ਬਾਅਦ ਗਵਰਨਮੈਂਟ ਕਾਲਜ ਗਰਲਸ ਸੈਕਟਰ 11 ਚੰਡੀਗੜ੍ਹ, ਉੱਥੇ ਮੈਂ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਦੇ ਰਿਹਾ ਸੀਗਾ। ਜਦੋਂ ਪੰਜਾਬ ਦੀ ਇਹ ਭਰਤੀ ਆਉਂਦੀ ਹੈ, ਮੈਨੂੰ ਸ਼ਾਇਦ ਉਸ ਵੇਲੇ ਜਦੋਂ ਮੈਂ ਕੈਨੇਡਾ ਤੋਂ ਵਾਪਸ ਆ ਰਿਹਾ ਸੀਗਾ, ਜਦ ਮੈਂ ਗਿਆ ਇਸ ਚੀਜ਼ ਦੇ ਲਈ ਗ੍ਰਾਂਟ ਦੇ ਵਿੱਚ, ਤਾਂ ਮੈਨੂੰ ਪੰਜਾਬੀ ਇੱਕ ਬੰਦਾ ਛੱਡਣ ਆਇਆ ਜਿਹੜਾ ਕੈਬ ਡਰਾਈਵਰ ਸੀਗਾ। ਉਹਨੇ ਮੈਨੂੰ ਕਿਹਾ, ਕਹਿੰਦਾ ਭਾਜੀ ਤੁਸੀਂ ਪਹਿਲੇ ਪੰਜਾਬੀ ਹੋ ਜਿਹੜੇ ਵਾਪਸ ਜਾ ਰਹੇ ਹੋ, ਇੱਥੇ ਆ ਕੇ ਕੋਈ ਮੁੜਦਾ ਨਹੀਂ ਹੈਗਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਕਰਕੇ ਜਾ ਰਿਹਾ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਜਿਹੜੇ ਉਹ ਅਲੱਗ ਵਿਚਾਰਾਂ ਦੇ ਮਾਲਿਕ ਨੇ, ਤੇ ਮੈਂ ਵੀ ਉਹਨਾਂ ਦੇ ਵਿਚਾਰਾਂ ਦੀ ਪੁਸ਼ਟੀ ਕਰਦਾ ਕਿ ਜੇ ਇਸ ਮੁਲਕ ਨੇ ਮੈਨੂੰ ਕੁਝ ਦਿੱਤਾ ਹੈਗਾ ਤਾਂ ਮੈਂ ਇਹਨੂੰ ਹੀ ਵਾਪਸ ਕਰਨਾ ਚਾਹੁੰਦਾ। ਲੇਕਿਨ ਜਦੋਂ ਕੱਲ ਮੈਂ ਘਰ ਗਿਆ ਕਿਸੇ ਚੀਜ਼ ਕਰਕੇ, ਤਾਂ ਮੇਰੀ ਮਾਤਾ ਜੀ ਨੇ ਮੈਨੂੰ ਇਹੀ ਸਵਾਲ ਪੁੱਛਿਆ ਜਿਹਦਾ ਮੇਰੇ ਕੋਲ ਜਵਾਬ ਨਹੀਂ ਸੀਗਾ ਕਿ ਬੇਟਾ ਹੁਣ ਮੈਨੂੰ ਦੱਸੋ, ਜਦੋਂ ਮੈਨੂੰ ਸੁਸਾਇਟੀ ਦੇ ਵਿੱਚ ਪੁੱਛਣ ਆਉਣਗੇ ਤਾਂ ਮੈਂ ਉਹਨਾਂ ਦਾ ਕੀ ਜਵਾਬ ਦੇਵਾਂ ਕਿ ਜੇ ਇੰਨਾ ਕੁਝ ਕਰਕੇ ਵੀ ਸਾਡੇ ਬੱਚਿਆਂ ਨੇ ਜੇਲ੍ਹਾਂ ਦੇ ਧੱਕੇ ਹੀ ਖਾਣੇ ਸੀਗੇ। ਜੇਲ੍ਹਾਂ ਦੇ ਵਿੱਚ ਮਚੱਲਕਾ ਤੱਕ ਭਰਵਾਨ ਦੀ ਗੱਲ ਹੋ ਰਹੀ ਸੀ, ਉੱਥੇ ਸਾਨੂੰ ਸ਼ਰਤ ਦੇ ਆਧਾਰ ਤੇ ਛੱਡਿਆ ਜਾ ਰਿਹਾ ਸੀ। 751 ਸਾਡੇ ਤੇ ਲਾਈ ਜਾ ਰਹੀ ਸੀਗੀ। ਉਹ ਤਾਂ ਭਲਾ ਹੋਵੇ BKU ਡਕੌਂਦਾ ਦਾ, BKU ਉਗਰਾਹਾਂ ਦਾ, DTF ਦਾ ਤੇ ਤਰਕਸ਼ੀਲ ਦਾ, ਜਿਹੜੇ ਉੱਥੇ ਸਾਡੀ ਸਪੋਰਟ ਦੇ ਵਿੱਚ ਪਹੁੰਚ ਜਾਂਦੇ ਨੇ, ਧਰਨਾ ਕਰਦੇ ਨੇ। ਉਸ ਤੋਂ ਬਾਅਦ ਸਾਨੂੰ 12 ਵਜੇ ਰਿਹਾ ਕੀਤਾ ਜਾਂਦਾ ਹੈ। ਇਹ ਮੇਰੀ ਸਟੋਰੀ ਹੈ ਜਿਹੜੀ ਹੁਣ ਫੇਸਬੁੱਕ ਤੇ ਜਾਏਗੀ। ਤਾਂ ਜੇ ਮੇਰੇ 5000 ਫੋਲੋਅਰਸ ਹੈਗੇ ਨੇ, ਜੇ ਮੇਰੇ 10,000 ਮੇਰੀ ਜਿਹੜੀ ਹੈਗੀ ਉਹ ਜਾਣਦੇ ਨੇ ਮੈਨੂੰ, ਉਹਨਾਂ ਸਾਰਿਆਂ ਤੇ ਇੱਕ ਮੈਸੇਜ ਹੀ ਜਾਏਗਾ ਕਿ ਤੁਸੀਂ ਛੱਡੋ ਇਹਨਾਂ ਚੀਜ਼ਾਂ ਨੂੰ ਬੰਦ ਕਰੋ। ਇਹ ਮੁਲਕ ਜਿਹੜਾ ਹੈਗਾ, ਇਹ ਖਿੱਤਾ ਜਿਹੜਾ ਹੈਗਾ, ਹੁਣ ਰਹਿਣ ਲਾਇਕ ਨਹੀਂ ਰਿਹਾ ਹੈਗਾ।
ਅਸੀਂ ਜਦ ਪੜ੍ਹਾ ਰਹੇ ਹਾਂ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ, ਜਦੋਂ ਬੈਗ ਟੰਗਿਆ ਹੋਇਆ ਇੱਕ ਬੱਚਾ ਕਾਲਜ ਦੇ ਵਿੱਚ ਆਉਂਦਾ ਹੈ ਤਾਂ ਉਹਦੇ ਬੈਗ ਦੇ ਵਿੱਚ ਉਹਦੇ ਵਿਸ਼ੇ ਦੀ ਕਿਤਾਬ ਨਹੀਂ ਹੁੰਦੀ, ਆਇਲਸ ਦੀ ਕਿਤਾਬ ਹੁੰਦੀ ਹੈ। ਉਹ ਸਿਰਫ ਵੇਟ ਕਰ ਰਿਹਾ ਹੈ ਕਿ ਕਦੋਂ ਮੇਰਾ ਆਇਲਸ ਕਲੀਅਰ ਹੋਊਗਾ ਤੇ ਬਾਹਰ ਜਾਊਗਾ। ਤੁਸੀਂ ਦੱਸ ਰਹੇ ਸੀ 18 ਪ੍ਰੋਫੈਸਰ ਨੇ ਸਿਰਫ ਪੰਜਾਬੀ ਦੇ, ਸਿਰਫ 18 ਪ੍ਰੋਫੈਸਰ ਨੇ, ਤੇ ਏਡੇ ਵੱਡੇ ਕਾਲਜਾਂ ਦੇ ਵਿੱਚ ਮਹਿੰਦਰਾ ਕਾਲਜ ਇੰਡੀਆ ਦਾ ਨੰਬਰ 1 ਕਾਲਜ ਰਿਹਾ ਜੀ ਨੈਕ ਦੀ ਰੇਟਿੰਗ ਦੇ ਵਿੱਚ 5 ਸਾਲ, ਸਭ ਤੋਂ ਵੱਡਾ 3.86 ਰੈਂਕ ਇਹਨੇ ਹਾਸਲ ਕੀਤਾ ਹੈ। ਉਹਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਹੈਗਾ। ਗੱਲ ਸਿਰਫ ਇੱਥੇ ਹੀ ਨਹੀਂ ਹੁੰਦੀ ਜੋ ਯੋਧਾ ਜੀ ਨੇ ਪਹਿਲਾਂ ਨਿੱਜੀਕਰਨ ਦੇ ਬਾਰੇ ਕਿਹਾ। ਮੈਂ ਤੁਹਾਨੂੰ ਥੋੜਾ ਜਿਹਾ ਹੋਰ ਡੇਟਾ ਦੇ ਦਿੰਦਾ ਕਿਉਂਕਿ ਮੇਰੀ ਹਾਇਰ ਐਜੂਕੇਸ਼ਨ ਦੇ ਵਿੱਚ ਹੀ ਐਕਸਪਰਟੀਜ਼ ਹੈ। 70% ਪੰਜਾਬ ਦਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜ੍ਹਦਾ ਹੈ। ਸਿਰਫ ਪੰਜਾਬ ਕੋਲ ਇਸ ਵੇਲੇ 64 ਕਾਲਜ ਨੇ। ਜੇ ਤੁਸੀਂ ਹਿਮਾਚਲ ਜਿਹੜਾ ਇਹਦੇ ਵੱਸੋਂ ਤੋਂ ਘੱਟ ਹੈਗਾ 75 ਕਾਲਜ ਉਹਦੇ ਕੋਲ ਨੇ, ਵੱਸੋਂ ਦੇ ਘੱਟ ਦੇ ਵਿੱਚ ਹੀ ਜਿਹੜਾ ਹਰਿਆਣਾ ਹੈਗਾ ਉਹਦੇ ਕੋਲ 200 ਸਰਕਾਰੀ ਕਾਲਜ ਨੇ। ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਸਰਕਾਰੀ ਕਾਲਜ ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਕੋਰਸ ਆ ਰਹੇ ਨੇ ਉਹ ਪ੍ਰਾਈਵੇਟ ਕੋਰਸਿਸ ਹੀ ਆ ਰਹੇ ਨੇ, ਸੈਲਫ ਫਾਈਨਾਂਸ ਕੋਰਸਿਸ ਹੀ ਆ ਰਹੇ ਨੇ, ਜਿਹਦੇ ਵਿੱਚ ਜਿਹੜਾ ਨੂੰ ਭਰਤੀ ਵੀ ਕੀਤਾ ਜਾਂਦਾ ਉਹਨਾਂ ਦਾ ਵੀ ਸ਼ੋਸ਼ਣ ਹੋ ਰਿਹਾ, ਉਹ ਵੀ ਸੜਕਾਂ ਤੇ ਨੇ। ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੀ ਜੇਬ ਤੇ ਵੀ ਐਡਾ ਖਰਚਾ ਪਾ ਦਿੱਤਾ ਜਾਂਦਾ ਕਿ ਆਮ ਪਰਿਵਾਰ ਦਾ ਬੰਦਾ ਤਾਂ ਉੱਥੇ ਜਾ ਹੀ ਨਹੀਂ ਸਕਦਾ ਹੈਗਾ। ਤਾਂ ਇਹ ਵੀ ਇੱਕ ਜਿਹੜੀ ਯੋਧਾ ਜੀ ਨੇ ਗੱਲ ਕਹੀ ਕਿ ਇਹ ਭਰਤੀ ਜਿਹੜੀ 2055 ਤੱਕ ਸਰਕਾਰ ਦੇ ਸਰਕਾਰੀ ਕਾਲਜਾਂ ਨੂੰ ਬਚਾ ਕੇ ਰੱਖ ਸਕਦੀ ਸੀਗੀ, ਪਰ ਨਿੱਜੀਕਰਨ ਦੀ ਜਿਹੜੀਆਂ ਪਾਲਿਸੀਜ਼ ਨੇ ਉਹਦੇ ਵਿੱਚ ਇਹਨੂੰ ਨਹੀਂ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਤਾਂ ਇਹ ਕਹਾਣੀ ਸਿਰਫ ਸਾਡੀ ਨਹੀਂ ਹੈਗੀ, ਇਹ ਪੰਜਾਬ ਦੀ ਉਚੇਰੀ ਸਿੱਖਿਆ ਦੀ ਕਹਾਣੀ ਹੈ, ਪੰਜਾਬ ਦੇ ਭਵਿੱਖ ਦੀ ਕਹਾਣੀ ਹੈ। ਜੇ ਇਹ ਪੋਜੀਸ਼ਨਸ ਨੂੰ ਨਹੀਂ ਬਚਾਇਆ ਜਾਂਦਾ, ਪੰਜਾਬ ਦੇ 1158 ਨੌਜਵਾਨਾਂ ਨੂੰ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਹੀਂ ਬਚਾਇਆ ਜਾਂਦਾ, ਤਾਂ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕੋਈ ਨੌਜਵਾਨ ਉਚੇਰੀ ਸਿੱਖਿਆ ਵੱਲ ਮੂੰਹ ਵੀ ਕਰੇਗਾ। ਬਿਲਕੁਲ। ਮੈਂ ਆਖਰੀ ਕੋਡ 'ਚ ਤੁਸੀਂ ਕੋਈ ਗੱਲ ਰੱਖਣਾ ਚਾਹੁੰਦੇ ਹੋ ਰਵਨੀਤ ਕੌਰ ਜੀ ਆਖਰ ਦੇ ਵਿੱਚ ਕਿ ਸਰਕਾਰ ਦੀ ਸੁਣਵਾਈ ਹੈ ਜਿਹੜੀ ਉਮੀਦ ਸੀ ਇੱਕ ਆਮ ਆਦਮੀ ਪਾਰਟੀ ਤੋਂ? ਸਰ ਸਾਨੂੰ ਆਸ ਸੀਗੀ ਕਿ ਆਮ ਆਦਮੀ ਪਾਰਟੀ ਸਾਡੇ ਵਰਗੇ ਆਮ ਆਦਮੀਆਂ ਦੀ ਸੁਣੇਗੀ, ਬਟ ਇਹ ਆਮ ਆਦਮੀ ਪਾਰਟੀ ਸਿਰਫ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੀ। ਸੱਤਾ ਵਿੱਚ ਆਉਣ ਤੋਂ ਬਾਅਦ ਇਹ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਔਰ ਖਾਸ ਆਦਮੀਆਂ ਦੀ ਹੀ ਪਾਰਟੀ ਹੈ। ਇੱਥੇ ਖਾਸ ਆਦਮੀਆਂ ਦੀ ਸੁਣੀ ਜਾਂਦੀ ਹੈ। ਮੈਂ ਤਾਂ ਸਿਰਫ ਇਹ ਕਹੂੰਗੀ ਕਿ ਆਪ ਦੇ ਨਾਲ ਨਾਲ ਇਹ ਅਪਾਹਿਜ ਵੀ ਹੋ ਚੁੱਕੀ ਹੈ। ਹਰਪ੍ਰੀਤ ਜੀ ਅੱਗੇ ਵੀ ਪ੍ਰੋਟੈਸਟ ਕਰੋਗੇ, ਕਰਦੇ ਰਹੋਗੇ? ਹਾਂਜੀ ਬਿਲਕੁਲ, ਮਰਦੇ ਦਮ ਤੱਕ ਲੜਾਂਗੇ ਜੀ, ਕਿਉਂਕਿ ਅਸੀਂ ਕੋਈ ਗੁਨਾਹ ਤਾਂ ਕੀਤਾ ਨਹੀਂ ਆ, ਅਸੀਂ ਮਿਹਨਤ ਨਾਲ ਇੱਥੇ ਪਹੁੰਚੇ ਹਾਂ। ਤੇ ਜੇ ਹੁਣ ਕੋਈ ਸਾਡਾ ਹੱਕ ਖੋਊਗਾ ਤੇ ਅਸੀਂ ਤਾਂ ਜੀ ਆਪਣੇ ਹੱਕ ਲੈਣ ਵਾਸਤੇ ਇਸ ਤਰ੍ਹਾਂ ਦਿਨ ਰਾਤ ਸੜਕਾਂ 'ਤੇ ਬੈਠਣ ਨੂੰ ਤਿਆਰ ਹਾਂ, ਕਿਉਂਕਿ ਹੁਣ ਸਾਡੇ ਕੋਲ ਤਾਂ ਪਿੱਛੇ ਕੁਝ ਵੀ ਨਹੀਂ ਬਚਿਆ ਜੀ। ਅਸੀਂ ਤਾਂ ਆਪਣੀਆਂ ਉਮਰਾਂ ਵੀ ਲੰਘਾ ਚੁੱਕੇ ਹਾਂ ਪੜ੍ਹਾਈ ਦੇ ਵਿੱਚ, ਇਹ ਸਾਡੀ ਲਾਸਟ ਉਮੀਦ ਹੈ। ਸੋ ਅਸੀਂ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜੋ ਖਾਸ ਬਣ ਚੁੱਕੀ ਹੈ, ਉਹਨਾਂ ਨੂੰ ਬਸ ਇਹ ਸਾਡੀ ਬੇਨਤੀ ਵੀ ਔਰ ਚੇਤਾਵਨੀ ਵੀ ਹੈ ਕਿ ਅਸੀਂ ਤੁਹਾਡੇ ਤੋਂ ਕੁਝ ਬਹੁਤਾ ਨਹੀਂ ਮੰਗ ਰਹੇ ਆ, ਸਿਰਫ ਇੱਕ ਮੀਟਿੰਗ, ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਸਾਨੂੰ ਇਹ ਗੱਲ ਕਹਿ ਦਿਓ ਕਿ ਤੁਸੀਂ ਕਸੂਰਵਾਰ ਹੋ, ਤੁਹਾਡੀ ਗਲਤੀ ਹੈ, ਸੋ ਅਸੀਂ ਚੁੱਪ ਕਰਕੇ ਘਰੇ ਬੈਠ ਜਾਾਂਗੇ। ਜੇ ਤੁਸੀਂ ਇਹ ਨਹੀਂ ਕਹਿ ਸਕਦੇ ਫਿਰ ਅਸੀਂ ਤਾਂ ਇੱਦਾਂ ਹੀ ਸੜਕਾਂ 'ਤੇ ਆਵਾਂਗੇ, ਸਾਡੇ ਨਾਲ ਬਹਿ ਕੇ ਗੱਲ ਕਰਨ, ਸਾਡੇ ਮਸਲੇ ਹੱਲ ਕਰ। ਡਾਕਟਰ ਰਾਏ ਬਹਾਦਰ, ਕਦੇ ਮਹਿਸੂਸ ਹੁੰਦਾ ਹੈ ਕਿ ਇੱਕ ਟਿਕਟੋਕਰ 4 ਵੀਡੀਓ ਬਣਾ ਕੇ 50-60 ਹਜ਼ਾਰ ਕਮਾ ਰਿਹਾ ਔਰ ਤੁਸੀਂ ਕਿਸ ਪੱਧਰ ਦੀ ਤਾਲੀਮ ਹਾਸਲ, ਉਹ ਵੀ ਅਨਪੜ੍ਹ ਬੰਦੇ ਜਿਹੜੇ ਕਦੇ ਸ਼ਾਇਦ ਸਕੂਲ ਵੀ ਨਾ ਗਏ ਹੋਣ, ਜਿਸ ਤਰ੍ਹਾਂ ਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲੋਕ ਦੇਖ ਰਹੇ ਹੋ, ਤੁਸੀਂ ਕੋਈ ਮੁੱਖ ਮੰਤਰੀ ਬਣਿਆ, ਕੋਈ ਪ੍ਰਧਾਨ ਮੰਤਰੀ ਬਣਿਆ, ਕੋਈ ਕੁਛ ਬਣਿਆ ਔਰ ਉਹ ਬਕਵਾਸ ਕਰਕੇ ਪੈਸਾ ਕਮਾ ਰਿਹਾ ਔਰ ਤੁਸੀਂ ਇਸ ਪੱਧਰ ਤੇ ਬੈਠ ਕੇ ਡਾਂਗਾ ਖਾ ਰਹੇ ਹੋ? ਜੀ ਬੇਸ਼ੱਕ ਮੈਂ ਪਹਿਲਾਂ ਜਵਾਬ ਦਿੰਦਾ ਥੋੜਾ ਭਾਵੁਕ ਹੋ ਗਿਆ, ਕੰਟਰੋਲ ਨਹੀਂ ਕਰ ਪਾਇਆ। ਤੇ ਤੁਸੀਂ ਜਿਹੜਾ ਸਵਾਲ ਪੁੱਛਿਆ ਸੀ ਉਹ ਪਹਿਲਾਂ ਪੁੱਛਿਆ ਸੀ, ਉਹ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਜੀ। ਮੇਰੇ ਨਾਲ 10ਵੀਂ ਚੋਂ ਜਿਹੜੇ ਫੇਲ ਹੋ ਗਏ ਸੀਗੇ, ਮੈਂ ਪਾਸ ਹੋ ਗਿਆ ਸੀ, ਪਰ ਮੇਰੇ ਪਿੰਡ ਦਾ ਕੋਈ ਵੀ ਬੱਚਾ ਜਿਹੜਾ ਸੀਗਾ ਉਹ ਜਿੰਨੇ ਮੇਰੇ ਨਾਲ ਬੈਚਮੇਟ ਸੀਗੇ ਉਹ 10ਵੀਂ ਚੋਂ ਪਾਸ ਨਹੀਂ ਹੋ ਪਾਇਆ ਸੀਗਾ ਮੇਰੇ ਪਿੰਡ ਦਾ, ਮੈਂ ਇਕੱਲਾ ਪਾਸ ਹੋਇਆ ਸੀਗਾ। ਤੇ ਉਹ ਜਿਹੜੇ ਨੇ ਇਸ ਵੇਲੇ ਵੈਲ ਸੈਟਲ ਨੇ ਜੀ। ਉਹ ਕਈ ਉਹਨਾਂ ਚੋਂ ਅਬਰੋਡ ਚਲੇ ਗਏ, ਉਹ ਅੱਛਾ ਜੀ 10ਵੀਂ ਫੇਲ, ਉਹ ਅੱਛਾ ਕਮਾ ਰਹੇ ਨੇ ਉੱਥੇ। ਹੁਣ ਜਦੋਂ ਅਸੀਂ ਉਹਨਾਂ ਦੀਆਂ ਫੋਟੋਜ਼ ਦੇਖਦੇ ਆ ਕਿ ਵਧੀਆ ਉਹਨਾਂ ਨੇ ਲਾਈਫ ਸੈਟਲ ਕਰ ਲਈ ਆ, ਪਰ ਮੈਂ ਜਿਹੜਾ PhD ਕਰਕੇ ਤੇ ਮੇਰੇ 14 ਰਿਸਰਚ ਪੇਪਰ ਮੇਰੇ ਨੈਸ਼ਨਲ ਲੈਵਲ ਤੇ ਜੀ ਚੰਗੇ ਰੈਪਿਊਟਡ ਜਰਨਲ ਵਿੱਚ ਛਪ ਚੁੱਕੇ ਨੇ। ਤੇ ਜਿਵੇਂ ਡਾਕਟਰ ਸੁਹੇਲ ਨੇ ਦੱਸਿਆ ਕਿ ਮੇਰੇ 2 ਪੜ੍ਹਾਏ ਹੋਏ ਸਟੂਡੈਂਟ ਮੇਰੇ ਹੀ ਇਸ ਰਿਕਰੂਟਮੈਂਟ ਵਿੱਚ ਵੀ ਆਏ ਨੇ, ਪਰ ਉਹਦਾ ਸਿਲਾ ਕੀ ਮਿਲ ਰਿਹਾ ਸਾਨੂੰ ਕਿ ਸਾਨੂੰ ਫਿਰ ਸੜਕਾਂ ਤੇ ਰੁਲਣਾ ਪੈ ਰਿਹਾ ਜੀ। ਡਾਕਟਰ ਸੁਹੇਲ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ? ਆਖਰ ਦੇ ਵਿੱਚ ਸਰ ਇਹੀ ਕਹਿ ਰਹੇ ਹਾਂ ਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਸਰਕਾਰ ਨੂੰ ਸੁਹਿਰਦਤਾ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਜੋ ਭਰਤੀ ਸਾਡੀ ਕੁਐਸ਼ ਕੀਤੀ ਗਈ ਹੈ ਉਹਦੇ ਲਈ ਡਬਲ ਬੈਂਚ ਦੇ ਕੋਲੇ ਅਪੀਲ ਫਾਈਲ ਕਰਨੀ ਚਾਹੀਦੀ ਹੈ। ਤੇ ਜੋ ਸਾਡੇ 607 ਸਾਥੀ ਪੁਰਾਣੀਆਂ ਜੌਬਸ ਤੋਂ ਰਿਜ਼ਾਈਨ ਕਰਕੇ ਆ ਚੁੱਕੇ ਨੇ ਉਹਨਾਂ ਦੇ ਰੋਜ਼ਗਾਰ ਨੂੰ ਬਚਾਉਣਾ ਚਾਹੀਦਾ ਹੈ। ਤੇ ਜਿਹੜੇ ਸਾਡੇ 350 ਸਾਥੀ ਨੇ ਜਿਹੜੇ ਹਜੇ ਤੱਕ ਸਾਡਾ ਜੁਆਇਨਿੰਗ ਨਹੀਂ ਕਰ ਪਾਏ ਹੈਗੇ, ਉਹਨਾਂ ਲਈ ਪੱਕੇ ਤੌਰ ਤੇ ਤੇਜ਼ ਤਰੀਕੇ ਨਾਲ ਕਦਮ ਨੇ ਜਿਹੜੇ ਉਠਾਉਣੇ ਚਾਹੀਦੇ ਨੇ। ਨਹੀਂ ਤਾਂ ਸਾਰਾ ਪੰਜਾਬ ਇਹਨਾਂ ਨੂੰ ਦੇਖ ਰਿਹਾ, ਪੂਰਾ ਭਾਰਤ ਇਹਨਾਂ ਨੂੰ ਦੇਖ ਰਿਹਾ।
ਜਿਹੜੇ ਇਹ ਵਾਅਦੇ ਕਰਦੇ ਪਏ ਨੇ ਉਹ ਸਟੇਟਸ ਦੇ ਵਿੱਚ, ਅਸੀਂ ਉੱਥੇ ਜਾ ਕੇ ਵੀ ਇਹਨਾਂ ਦੇ ਗਲਤ ਵਾਅਦਿਆਂ ਨੂੰ ਅਸੀਂ ਦੱਸ ਕੇ ਆਵਾਂਗੇ ਲੋਕਾਂ ਨੂੰ, ਤਾਂ ਕਿ ਪੰਜਾਬ ਨੇ ਜਿਹੜੀ ਗਲਤੀ ਕੀਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਗੁਜਰਾਤ ਕਰ ਸਕੇ, ਨਾ ਹਿਮਾਚਲ ਕਰ ਸਕੇ, ਨਾ ਹਰਿਆਣਾ ਕਰ ਸਕੇ, ਕਿਉਂਕਿ ਕਹਿਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈਗਾ। ਇਹਦੇ ਵਿੱਚ ਜਿਹੜਾ ਫਰਕ ਹੈਗਾ ਉਹ ਜਿੱਥੇ ਸਾਡੀ ਵਾਹ ਲੱਗੇਗਾ ਉੱਥੇ ਅਸੀਂ ਰੱਖ ਕੇ ਆਵਾਂਗੇ ਜੀ। ਇਹਦੇ ਨਾਲ ਮੈਂ ਇੱਕ ਐਡ ਔਨ ਜਿਹੜਾ ਰਹਿ ਗਿਆ ਜੀ, ਉਹ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਪੰਜਾਬੀ ਨੂੰ ਉੱਚਾ ਚੱਕਣ ਦਾ ਦਾਅਵਾ ਸਰਕਾਰ ਬਹੁਤ ਜ਼ੋਰ ਸ਼ੋਰ ਨਾਲ ਕਰਦੀ ਹੈ, ਤੇ ਜਿਹੜੇ 607 ਕੈਂਡੀਡੇਟ ਨੇ ਪੰਜਾਬੀ ਦੇ ਕੈਂਡੀਡੇਟ ਉਸ ਤੋਂ ਵੀ ਬਾਹਰ ਨੇ ਜੀ, ਉਹਨਾਂ ਦੀਆਂ ਹਾਲੇ ਤੱਕ ਲਿਸਟਾਂ ਵੀ ਜਾਰੀ ਨਹੀਂ ਹੋਈਆਂ ਸੀਗੀਆਂ, ਤਾਂ ਉਹ ਤਾਂ ਹੀ ਅੱਗੇ ਪ੍ਰੋਸੈਸ ਚੱਲੇਗਾ ਜੇ 607 ਦੀ ਸਰਕਾਰ ਪਹਿਲਾਂ ਕੁਝ ਬਾਂਹ ਫੜੇਗੀ, ਉਹਨਾਂ ਲਈ ਕੁਝ ਲੜੇਗੀ ਹਾਈ ਕੋਰਟ ਡਬਲ ਬੈਂਚ ਜਾ ਕੇ, ਤਾਂ ਜਿਹੜੇ ਪੰਜਾਬੀ ਦੇ ਕੈਂਡੀਡੇਟ ਨੇ, ਕਿਉਂਕਿ ਸਭ ਤੋਂ ਜ਼ਿਆਦਾ ਸ਼ਾਰਟੇਜ ਜਿਹੜੀ ਆ ਉਹ ਪੰਜਾਬੀ ਨੂੰ ਉੱਪਰ ਚੱਕਣ ਲਈ ਪ੍ਰੋਫੈਸਰਾਂ ਦੀ ਕਾਲਜ ਵਿੱਚ ਹੈਗੀ ਹੈ, ਤਾਂ ਉਹ ਹਾਲੇ ਕਿਸੇ ਗਿਣਤੀ ਵਿੱਚ ਵੀ ਨਹੀਂ ਆ ਰਹੇ ਨੇ ਜੀ, ਤੇ ਉਹ ਇਹਨਾਂ 607 ਦੀ ਲਿਸਟ ਤੋਂ ਵੀ ਅੱਗੇ ਨੇ ਜੀ। ਬਿਲਕੁਲ, ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ। ਯੋਧਾ ਸਿੰਘ ਜੀ, ਲੜਨ ਦੀ ਹਿੰਮਤ ਹੈ ਹਾਲੇ? ਸਰ ਜਦੋਂ ਦੇ ਜੰਮਿਆ ਜੀ, ਮੈਂ 4 ਮਹੀਨੇ ਦਾ ਸੀ ਜਦੋਂ ਮੈਨੂੰ ਪੋਲੀਓ ਹੋ ਗਿਆ ਸੀਗਾ। ਮੇਰੇ ਮਾਪੇ ਜਾਣਦੇ ਨੇ, ਮੇਰੇ ਦੋਸਤ ਜਾਣਦੇ ਨੇ, ਲੜਾਈ ਲੜੀ ਆ ਜ਼ਿੰਦਗੀ ਦੀ ਸਾਰੀ, ਇਹ ਲੜਾਈਆਂ ਵੀ ਲੜਾਂਗੇ। ਇਹ ਸਰਕਾਰਾਂ ਜੇ ਸਾਨੂੰ ਮਤਲਬ ਘੱਟ ਸਮਝਦੀਆਂ ਨੇ ਤਾਂ ਇਹਨਾਂ ਨੂੰ ਅਸੀਂ ਦੱਸ ਦਾਂਗੇ ਵੀ ਅਸੀਂ ਕੀ ਆ। ਅਸੀਂ ਇਕੱਲੇ ਕਲਮ ਚਲਾਉਣ ਵਾਲੇ ਨਹੀਂ ਹੈਗੇ। ਅਸੀਂ ਇੱਕ ਅਧਿਆਪਕ ਹੁੰਦਾ ਜਿਹੜਾ ਉਹਦੇ ਹੱਥਾਂ 'ਚ ਨਿਰਮਾਣ ਵੀ ਹੁੰਦਾ, ਉਹ ਸਭ ਕੁਝ ਕਰ ਸਕਦਾ ਹੁੰਦਾ। ਅਸੀਂ ਜਦੋਂ ਆਪਦੇ ਇੱਕ ਚੀਜ਼ ਸਰ ਨੋਟ ਕਰ ਲੈਣ, ਅਧਿਆਪਕਾਂ ਨੂੰ ਇਹ ਘੱਟ ਨਾ ਸਮਝਣ। ਅਸੀਂ ਸਰਕਾਰੀ ਸਹਾਇਕ ਪ੍ਰੋਫੈਸਰ ਹਾਂ, ਕਾਲਜਾਂ 'ਚ ਪੜ੍ਹਾਉਂਦੇ ਹਾਂ। ਪੰਜਾਬ ਦਾ ਜਿਹੜਾ ਨੌਜਵਾਨ ਆ ਉਹਨੂੰ ਅਸੀਂ ਸੇਧ ਦੇਣੀ ਆ, ਉਹਨੂੰ ਸੇਧਿਤ ਕਰਨਾ। ਅਸੀਂ ਤੈਅ ਕਰਾਂਗੇ ਅੱਗੇ ਸਾਡਾ ਜਿਹੜਾ ਸਮਾਜ ਦਾ ਨਿਰਮਾਣ ਕਿਹੋ ਜਿਹਾ ਹੋਣਾ। ਤਾਂ ਅਸੀਂ ਜੇ ਇਸ ਤਰ੍ਹਾਂ ਦੇ ਲਾਰੇ ਲੱਪੇ ਵਾਲੀਆਂ ਸਰਕਾਰਾਂ ਅੱਗੇ ਆਉਣਗੀਆਂ ਤਾਂ ਸਾਡੀ ਉਹਨਾਂ ਨੂੰ ਚੇਤਾਵਨੀ ਆ। ਅਸੀਂ ਖੁੱਲ੍ਹ ਕੇ ਸੜਕਾਂ 'ਤੇ ਆਵਾਂਗੇ ਤੇ ਹੋਰਾਂ ਸੂਬਿਆਂ ਨੂੰ, ਜਿਵੇਂ ਡਾਕਟਰ ਸੁਹੇਲ ਨੇ ਕਿਹਾ, ਇਹ ਗਲਤੀ ਨਹੀਂ ਕਰਨ ਦੇਵਾਂਗੇ ਵੀ ਉਹ ਕਿਸੇ ਨੂੰ ਪਛਾਣ ਨਾ ਸਕਣ ਵੀ ਕੌਣ ਆਮ ਆਦਮੀ ਆ, ਕੌਣ ਖਾਸ ਆਦਮੀ ਆ। ਇਹ ਸਖਤ ਸ਼ਬਦ ਨੇ ਮੇਰੇ, ਕਿਉਂਕਿ ਮੈਂ ਇਸ ਦਰਦ ਨੂੰ ਮਹਿਸੂਸ ਕੀਤਾ ਪਿਛਲੀਆਂ 2 ਰਾਤਾਂ ਤੋਂ। ਜਿੰਨੀਆਂ ਮੇਰੇ ਸੱਟਾਂ ਲੱਗੀਆਂ ਹੋਈਆਂ ਨੇ, ਮਤਲਬ ਪਾਸਾ ਨਹੀਂ ਲੈ ਹੁੰਦਾ। ਵੀ ਸੱਟਾਂ ਹੈਗੀਆਂ? ਹਾਂਜੀ ਸਰ, ਮੇਰੇ ਪਿੱਠ ਤੇ ਵੀ ਸੱਟ ਆ, ਮੇਰੇ ਗੋਡੇ ਤੇ ਵੀ ਸੱਟ ਹੈ, ਤੇ ਜਿਹੜਾ ਸਰ ਫਿਰ ਟੀਕਾ ਲੱਗਿਆ ਉਹ ਵੀ ਹੁਣ ਤੱਕ ਸੁੱਜਿਆ ਹੋਇਆ, ਜਿਹੜਾ ਇਹਨਾਂ ਕਰਕੇ ਲਵਾਉਣਾ ਪਿਆ। ਤੇ ਮਤਲਬ ਇਹ ਜ਼ਿੰਦਗੀ 'ਚ ਅਸੀਂ ਸਰ ਬਹੁਤ ਸਟਰਗਲ ਕੀਤੀ ਹੈ, ਇੱਥੇ ਤੱਕ ਪੜ੍ਹਾਈਆਂ ਤੱਕ ਆਪਾਂ ਬਹੁਤ ਦਿਨ ਰਾਤ ਜਾਗ ਕੇ ਪੜ੍ਹੇ ਹਾਂ। ਤਾਂ ਇਹ ਸਟਰਗਲ ਵੀ ਸਾਡੇ ਲਈ ਉਹਨਾਂ ਹੀ ਸਟਰਗਲਾਂ ਵਰਗੀ ਆ। ਅਸੀਂ ਫੇਰ ਤੋਂ ਦੁਬਾਰਾ ਉਸੇ ਸ਼ਹਿਰ 'ਚ ਜਾਵਾਂਗੇ, ਫੇਰ ਧਰਨਾ ਲਾਵਾਂਗੇ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਪਿੱਛੇ ਨਹੀਂ ਹਟਾਂਗੇ। ਮਸ਼ਾਅੱਲਾ, ਬਾਲ ਕੇ ਰੱਖਿਓ ਜਦੋਂ ਤੱਕ ਰਾਤ ਬਾਕੀ ਹੈ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਾਡੀ ਇਹ ਉਮੀਦ ਹੈ ਕਿ ਇਹ ਉਹਨਾਂ ਲੋਕਾਂ ਤੱਕ ਪਹੁੰਚੂਗੀ। ਘੱਟ ਦੇਖੋਗੇ, ਮੈਨੂੰ ਪਤਾ ਚੰਗੀਆਂ ਚੀਜ਼ਾਂ ਤੁਹਾਡੇ ਘੱਟ ਪਚਦੀਆਂ ਨੇ ਦੇਖਣ ਵਾਲਿਆਂ ਦੇ ਵੀ, ਇਹ ਵੀ ਗਿਲਾ ਮੈਨੂੰ ਰਹਿੰਦਾ ਹੈ, ਪਰ ਸਰਕਾਰ ਤੱਕ ਤਾਂ ਪਹੁੰਚੂਗੀ। ਨਿੱਕੀ ਨਿੱਕੀ ਗੱਲ ਪਹੁੰਚਦੀ ਹੈ ਮੀਤ ਹੇਅਰ ਸਾਹਿਬ ਤੱਕ, ਭਗਵੰਤ ਮਾਨ ਸਾਹਿਬ ਤੱਕ, ਔਰ ਥੱਲੇ ਜਿਹੜੇ ਕਈ ਬੰਦੇ ਹੋਰ ਮੈਸੇਜ ਕਾਲ ਕਰ ਲੈਂਦੇ ਆ, ਤੁਹਾਡੇ ਤੱਕ ਵੀ ਇਹ ਪਹੁੰਚ ਜਾਣੀ ਚਾਹੀਦੀ ਹੈ ਕਿ ਇਹਨਾਂ ਦੀ ਸੁਣਵਾਈ ਕਰੋ, ਗੱਲ ਸੁਣੋ। ਹੋਰ ਕੁਝ ਨਹੀਂ ਮੰਗ ਰਹੇ, ਸਿਰਫ ਇਹ ਕਰੇ ਕਿ ਘੱਟੋ ਘੱਟ ਬੈਠ ਕੇ ਗੱਲ ਸੁਣੋ ਪਹਿਲਾਂ ਸਾਡੀ, ਬਾਕੀ ਗੱਲਾਂ ਬਾਅਦ ਦੀਆਂ ਨੇ। ਇੱਕ ਮੀਟਿੰਗ ਕਰੋ, ਇੱਜ਼ਤ ਨਾਲ ਬੁਲਾਓ, ਚਾਹ ਪਾਣੀ ਪਿਆਉਣਾ ਨਹੀਂ ਪਿਆਉਣਾ ਕੋਈ ਗੱਲ ਨਹੀਂ। ਇਹ ਇੰਨੇ ਕਾਬਲ ਔਰ ਆਪਣੇ ਅਣਖ ਵਾਲੇ ਲੋਕ ਨੇ, ਤੁਹਾਡੇ ਵਾਸਤੇ ਵੀ ਕੋਈ ਨਾ ਕੋਈ ਪ੍ਰਬੰਧ ਕਰਕੇ ਨਾਲ ਲੈ ਆਉਣਗੇ, ਪਰ ਬੁਲਾਓ ਜ਼ਰੂਰ। ਧੰਨਵਾਦ।